ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਦੋਹਰਾ ਸਭਨ ਸੁਨਿਓ ਗੁਰਬਾਕ ਕੋ, ਪੈ ਤਿਆਰ ਸਮਦਾਏ। ਆਯਤ ਘਨ ਸਿੰਘਨ ਤਰੇ, ਹੋਏ ਸਭ ਤਾਨਤ ਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ, ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਤ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਮਹਾਰਾਜ, ਦਸਵੇਂ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਸੁਭਾਏਮਾਨ ਗੁਰੂ ਕੀ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਤੇ ਗੁਰੂ ਦੀ ਬੜੀ ਬਖਸ਼ਿਸ਼ ਹੋਈ ਹੈ। ਮਹਾਰਾਜ ਦੇ ਚਰਨਾਂ 'ਚ ਬੈਠ ਕੇ ਆਪਣਾ ਜੋ ਜੀਵਨ ਹੈ, ਮਨੁੱਖਾ ਜੀਵਨ, ਇਹਦੀਆਂ ਕੀਮਤੀ ਘੜੀਆਂ ਨੂੰ ਸਫਲਾ ਕਰ ਰਹੇ ਹੋ। ਗੁਰਬਾਣੀ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਉਪਰੰਤ ਹਰ ਰੋਜ਼ ਗੁਰੂ ਇਤਿਹਾਸ ਦੀ ਕਥਾ ਚੱਲ ਰਹੀ ਹੈ। ਗੁਰਮੁਖ ਪਿਆਰੀ ਸੰਗਤ, ਗੁਰੂ ਕੇ ਪਿਆਰੇ ਸਿੱਖ, ਆਪ ਜੀ ਸਾਰੇ ਮਾਈ ਭਾਈ ਕਲਗੀਧਰ ਦੇ ਉਸ ਇਤਿਹਾਸ ਨਾਲ ਜੁੜ ਰਹੇ ਹੋ। ਅੱਜ 20 ਦਸੰਬਰ ਹੈ। 20 ਤੇ 21 ਦਸੰਬਰ ਦੀ ਰਾਤ, 6 ਔਰ 7 ਪੋਹ ਦੀ ਰਾਤ, ਸੇਮ ਟਾਈਮ ਇਹੀ ਟਾਈਮ ਸੀਗਾ ਸਾਧ ਸੰਗਤ। ਸ਼ਾਮ ਦਾ ਟਾਈਮ ਸੀਗਾ ਜਦੋਂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਔਰ ਅੱਜ 311 ਸਾਲ ਲਗਭਗ ਹੋ ਚੁੱਕੇ ਹੈ। ਅੱਜ ਵਾਲੇ ਦਿਨ ਇਸੇ ਟਾਈਮ ਤੇ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਰਹੇ ਸਨ। ਮਾਤਾ ਜੀ ਜਦੋਂ ਤਿਆਰੀ ਕਰ ਲਈ, ਸਤਿਗੁਰਾਂ ਨੇ ਦੇਖ ਲਿਆ ਹੁਣ ਇਹ ਸਭ ਜਾਣਗੇ, ਇਹਨਾਂ ਦਾ ਨੁਕਸਾਨ ਹੋਵੇਗਾ, ਤੇ ਨੁਕਸਾਨ ਨੂੰ ਰੋਕਣਾ ਸਾਡਾ ਫਰਜ਼ ਹੈ। ਜਿੰਨਾ ਹੋ ਸਕੇ ਬਚਾਅ ਕਰਨਾ। ਸਾਧ ਸੰਗਤ ਜੀ, ਕਿਸੇ ਬਹੁਤ ਵੱਡੇ ਵਿਦਵਾਨ ਮਹਾਂਪੁਰਸ਼ ਨੇ ਲਿਖਿਆ ਹੈ ਕਿ ਮੌਤ ਤਾਂ ਆਉਣੀ ਆਉਣੀ ਹੈ, ਪਰ ਉਸ ਮੌਤ ਤੋਂ ਬਚਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ। ਜ਼ਿੰਦਗੀ ਕੀਮਤੀ ਹੈ, ਜ਼ਿੰਦਗੀ ਮੁੱਲੇਵਾਨ ਹੈ। ਮੌਤ ਨੂੰ ਟਾਲਣ ਦਾ ਯਤਨ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਬਹਾਦਰ ਹੋ, ਭਾਵੇਂ ਤੁਸੀਂ ਯੋਧੇ ਹੋ, ਫਿਰ ਵੀ ਮਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਜੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਹੀ ਤੁਸੀਂ ਬਹਾਦਰ ਹੋ। ਕਹਿੰਦੇ ਆ ਜੇ ਤੁਸੀਂ ਬਚਣ ਦੀ ਕੋਸ਼ਿਸ਼ ਕਰ ਰਹੇ ਸੀ, ਫਿਰ ਵੀ ਮਾਰੇ ਗਏ। ਮੰਨ ਲਓ ਤੁਸੀਂ ਬਚਣ ਦੀ ਕੋਸ਼ਿਸ਼ ਕਰ ਰਹੇ ਹੋ, ਬਚਣ ਦਾ ਯਤਨ ਕਰ ਰਹੇ ਹੋ, ਤਾਂ ਤੁਸੀਂ ਮਾਰੇ ਗਏ, ਤਾਂ ਇਹਦਾ ਫਾਇਦਾ ਕੀ ਹੋਏਗਾ? ਤੁਹਾਡੇ ਉੱਤੇ ਆਤਮ ਹੱਤਿਆ ਦਾ ਦੋਸ਼ ਨਹੀਂ ਆਏਗਾ। ਆਤਮ ਹੱਤਿਆ ਦਾ ਜਿਹੜਾ ਦੋਸ਼ ਹੈ ਨਾ, ਉਹ ਨਹੀਂ ਲੱਗੇਗਾ ਤੁਹਾਡੇ ਤੇ। ਕਿਉਂ? ਤੁਸੀਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕੀਤੀ ਬਚਣ ਦੀ। ਸੋ ਗੁਰੂ ਸਾਹਿਬ ਆਪਣੇ ਖਾਲਸੇ ਨੂੰ ਬਚਾਉਣਾ ਚਾਹੁੰਦੇ ਆ, ਭਾਵੇਂ ਪਤਾ ਹੈ ਵੀ ਸਭ ਨੇ ਸ਼ਹੀਦ ਹੋ ਜਾਣਾ। ਜਿਹੜੀ ਮਰਿਆਦਾ ਹੈ ਨਾ, ਜੀਵਨ ਦੀ ਮਰਿਆਦਾ, ਗੁਰੂ ਪੁਰਸ਼ ਜਿਹੜੇ ਹੁੰਦੇ, ਵੱਡੇ ਪੁਰਸ਼ ਹੁੰਦੇ ਆ ਨਾ, ਹਰ ਚੀਜ਼ ਦਾ ਖਿਆਲ ਰੱਖਦੇ ਆ, ਹਰ ਚੀਜ਼ ਦਾ।
ਵੱਡਿਆਂ ਦੀ ਵਡਿਆਈ ਇਸ ਗੱਲ ਚ ਹਰ ਨੁਕਤਾ ਦੇਖਣਾ। ਅਸੀਂ ਇੱਕੋ ਪੱਖ ਦੇਖਦੇ ਹਾਂ। ਜਿਹੜਾ ਆਮ ਸਧਾਰਨ ਮਨੁੱਖ ਹੈ ਉਹਨੂੰ ਇੱਕ ਦੋ ਗੱਲਾਂ ਚੇਤੇ ਰਹਿੰਦੀਆਂ, ਬਾਕੀ ਤਾਂ ਰਹਿੰਦੀਆਂ ਨਹੀਂ। ਅਵਤਾਰੀ ਪੁਰਸ਼ਾਂ ਤੇ ਗੁਰੂਆਂ ਮਹਾਂਪੁਰਸ਼ਾਂ 'ਚ ਸਾਡੇ 'ਚ ਇਹ ਫਰਕ ਹੈ, ਉਹ ਹਰ ਗੱਲ ਦਾ ਖਿਆਲ ਰੱਖਦੇ ਆ। ਗੁਰੂ ਸਾਹਿਬ ਇਸ ਗੱਲ ਦਾ ਵੀ ਹੁਣ ਖਿਆਲ ਰੱਖ ਰਹੇ ਆ ਵੀ ਹੁਣ ਇਹ ਜਾ ਤਾਂ ਰਹੇ ਨੇ ਤੇ ਇਹਨਾਂ ਨੇ ਵਿਦਾਵਾ ਵੀ ਲਿਖ ਦਿੱਤਾ ਤੇ ਮੇਰੇ ਇਹ ਸਿੱਖ, ਮੇਰਾ ਇਹ ਪਰਿਵਾਰ, ਮੇਰੇ ਇਹ ਜੀ, ਮੇਰੇ ਬੱਚੇ ਹਨ, ਇਹਨਾਂ ਨੂੰ ਹੁਣ ਬਚਾ ਕੇ ਲਿਜਾਣਾ ਪਏਗਾ ਜਿੰਨਾ ਹੋ ਸਕਿਆ। ਆਪਣੇ ਵੱਲੋਂ ਅਸੀਂ ਯਤਨ ਕਰਨਾ, ਅੱਗੇ ਜੋ ਅਕਾਲ ਪੁਰਖ ਦਾ ਹੁਕਮ ਹੈ। ਸਤਿਗੁਰੂ ਕਹਿੰਦੇ ਚੰਗਾ ਫਿਰ ਤਿਆਰ ਹੋਵੋ ਭਾਈ, ਹੁਣ ਸਾਡਾ ਦੋਸ਼ ਨਾ ਗਿਣਿਆ ਜੇ ਕੋਈ। ਹੁਣ ਗੁਰੂ ਤੇ ਕੋਈ ਇਹ ਵੀ ਇਲਜ਼ਾਮ ਨਹੀਂ ਲਾ ਸਕਦਾ ਵੀ ਗੁਰੂ ਨੇ ਦੱਸਿਆ ਨਹੀਂ ਸੀ। ਸਾਰੇ ਪੱਖ ਪੂਰੇ ਕਰਨ ਤੋਂ ਬਾਅਦ ਸ੍ਰੀ ਕਲਗੀਧਰ ਮਹਾਰਾਜ ਜਾਣ ਦੀ ਆਗਿਆ ਦੇ ਦਿੱਤੀ ਹੈ। ਆਓ ਹੁਣ ਪਿਆਰ ਨਾਲ ਸਰਵਣ ਕਰੀਏ ਇਹ ਕਥਾ, ਕਿਸ ਤਰ੍ਹਾਂ ਮਹਾਰਾਜ ਕਿਲਾ ਛੱਡ ਕੇ ਬਾਹਰ ਰਵਾਨਾ ਹੁੰਦੇ ਹੈ। ਸਾਰੀਆਂ ਸੰਗਤਾਂ ਆਪਣੀ ਸੁਰਤੀ ਬਿਰਤੀ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਚਲੋ। ਮੇਰਾ ਖਿਆਲ ਹੈ ਬਹੁਤਿਆਂ ਨੇ ਤੁਹਾਡੇ ਨੇ ਅਨੰਦਪੁਰ ਸਾਹਿਬ ਦੇ ਦਰਸ਼ਨ ਕੀਤੇ ਹੀ ਹੋਣੇ ਆ। ਤੇ ਉਹ ਪਹਾੜੀਆਂ, ਉਹ ਖੱਡਾਂ ਉਸ ਵੇਲੇ ਬਹੁਤ ਜ਼ਿਆਦਾ ਡਰਾਉਣੀਆਂ ਸੀ। ਅੱਜ ਕੱਲ੍ਹ ਤੇ ਸੜਕਾਂ ਪੱਕੀਆਂ ਨੇ। ਇੱਕ ਪਾਸੇ ਪਹਾੜੀਆਂ ਦਾ ਉੱਚਾ ਨੀਵਾਂ ਰਸਤਾ ਸੀ, ਖੱਡਾਂ ਦਾ ਰਸਤਾ ਸੀ। ਦੂਜੇ ਪਾਸੇ ਬਰਸਾਤ ਬੜੀ ਸ਼ੁਰੂ ਹੋ ਗਈ ਸੀ ਤੇ ਇਹ ਦਸੰਬਰ ਦੇ ਮਹੀਨੇ ਦੀ ਸਰਦੀ ਵੀ, ਠੰਡ ਵੀ ਬੜੇ ਜ਼ੋਰ ਦੀ ਸੀ। ਕਾਲੀ ਬੌਲੀ ਰਾਤ ਸੀ। ਆਲੇ ਦੁਆਲੇ 10 ਲੱਖ ਵੈਰੀ ਸੀ ਤੇ ਖਾਧੀ ਰੋਟੀ ਖਾਧਿਆਂ ਨੂੰ ਕਈ ਮਹੀਨੇ ਹੋ ਗਏ ਸਨ। ਸਰੀਰ ਦੀ ਸੱਤਿਆ ਜਾਨ ਕਿਸੇ ਦੇ ਨਹੀਂ ਸੀ। ਫਿਰ ਵੀ ਸਿੰਘ ਆਪਣੇ ਪੇਟ ਦੀਆਂ ਆਂਦਰਾਂ ਨੂੰ ਕਮਰ ਕਸਿਆਂ ਵਿੱਚ ਕੱਸ ਕੇ ਲੜਨ ਲਈ ਤਿਆਰ ਹੋ ਗਏ ਨੇ। ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਖਜ਼ਾਨਾ ਪਹਿਲਾਂ ਹੀ ਸਤਲੁਜ ਦੇ ਹਵਾਲੇ ਕਰ ਦਿੱਤਾ ਔਰ ਜਿੰਨਾ ਕੀਮਤੀ ਕੱਪੜਾ ਸੀਗਾ, ਕੋਈ ਹਜ਼ਾਰਾਂ ਲੱਖਾਂ ਰੁਪਇਆਂ ਦਾ ਕੱਪੜਾ ਸੀ, ਜਿਸ ਨੂੰ ਅੱਗ ਲਾ ਕੇ ਸਾੜ ਦਿੱਤਾ। 2.5 ਲੱਖ ਰੁਪਏ ਦਾ ਇੱਕ ਤੰਬੂ ਸੀ ਜਿਹੜਾ ਕਾਬਲ ਤੋਂ ਸਿੱਖਾਂ ਨੇ ਬਣਾ ਕੇ ਭੇਜਿਆ ਸੀ, ਉਹ ਵੀ ਅਗਨੀ ਦੀ ਭੇਟ ਕਰ ਦਿੱਤਾ। ਆਪਣੇ ਘਰ ਦੇ ਕੀਮਤੀ ਸੋਨੇ ਦੇ ਬਰਤਨ, ਸੁਨਹਿਰੀ ਸ਼ਸਤਰ, ਸੁਨਹਿਰੀ ਸਮਾਨ, ਜਿਹੜਾ ਵਧੀਆ ਸੋਨੇ ਦਾ, ਹੀਰੇ ਮੋਤੀ, 9.5 ਕਰੋੜ ਰੁਪਈਆ ਨਗਦ ਦਰਿਆ ਸਤਲੁਜ ਦੇ ਹਵਾਲੇ ਕਰ ਦਿੱਤਾ। ਔਰ ਸਾਧ ਸੰਗਤ ਜੀ, ਕੀਮਤੀ ਸੱਚੇ ਪਾਤਸ਼ਾਹ ਸਾਰਾ ਸਮਾਨ ਦਰਿਆ ਨੂੰ ਦੇ ਕੇ ਕਹਿਣ ਲੱਗੇ, ਜਦੋਂ ਮੇਰਾ 96 ਕਰੋੜ ਖਾਲਸਾ ਆਵੇਗਾ ਉਦੋਂ ਇਹ ਸਾਰਾ ਕੁਝ ਫੇਰ ਤੇਰੇ ਤੋਂ ਲੈ ਲਵਾਂਗੇ। ਇਹ ਮਹਾਰਾਜ ਨੇ ਬਚਨ ਕੀਤੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਪੰਥ ਦੇ ਵਾਲੀ ਆਨੰਦਪੁਰ ਸਾਹਿਬ ਦਾ ਕਿਲਾ ਕਿਵੇਂ ਛੱਡ ਰਹੇ ਹੈ। ਸੁਣੋ ਸਾਰੀ ਕਥਾ ਪ੍ਰੇਮ ਨਾਲ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭਨ ਸੁਨਿਓ ਗੁਰਬਾਖ ਕੋ ਪੈ ਤਿਆਰ ਸਮਦਾਏ। ਮਹਾਰਾਜ ਕਲਗੀਧਰ ਜੀ ਦਾ ਬਚਨ ਸੁਣ ਕੇ ਸਭ ਸਿੰਘ ਤਿਆਰ ਬਰ ਤਿਆਰ ਹੋ ਗਏ। ਆਯੁਧ ਗਨ ਸਿੰਘ ਗਨ ਤਰੇ ਹੋਏ ਸਭ ਧਾਨਤ ਦਾਏ। ਸਾਰੇ ਸਿੰਘ ਤਲਵਾਰਾਂ, ਬਰਛੇ, ਬੰਦੂਕਾਂ, ਤੀਰ ਕਮਾਨ, ਖੰਜਰਾਂ ਪੇਸ਼ ਕਰਦਾ। ਜਿੰਨਾ ਅਸਲਾ ਸੀ ਉਹ ਮਹਾਰਾਜ ਨੇ ਚੁਕਵਾ ਲਿਆ, ਹੋਰ ਕੋਈ ਚੀਜ਼ ਨਹੀਂ ਚੁੱਕੀ। ਕਹਿ ਦਿੱਤਾ ਵੀ ਭਾਈ ਮਾਇਆ ਦਾ ਲਾਲਚ ਨਾ ਕਰਿਆ ਜੀ। ਕਹਿੰਦੇ ਆ ਮਾਤਾ ਜੀ ਨੇ ਮਹਾਰਾਜ ਤੋਂ ਬਿਨਾਂ ਮਾਇਆ ਚੁੱਕੀ ਸੀਗੀ। ਮਹਾਰਾਜ ਨੇ ਆਖਿਆ ਸੀ ਨਹੀਂ ਲੈ ਕੇ ਜਾਣੀ। ਜਿਹੜੀ ਗੰਗੂ ਦੇ ਘਰ ਚੋਰੀ ਹੋਈ ਨਾ ਮਾਇਆ, ਉਹ ਮਾਤਾ ਜੀ ਨੇ ਸਮਝੋ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ, ਤਾਂ ਹੀ ਭਾਣਾ ਵਰਤ ਗਿਆ ਇਹੋ ਜਿਹਾ। ਹੋਰ ਕਿਸੇ ਨੂੰ ਮਹਾਰਾਜ ਕਹਿੰਦੇ ਮਾਇਆ ਨਹੀਂ ਚੁੱਕਣੀ, ਸ਼ਸਤਰ ਚੁੱਕ ਲਓ। ਸਿੰਘਾਂ ਨੇ ਸ਼ਸਤਰ ਸਜਾ ਲਏ, ਕਮਰ ਕਸਿਆਂ ਵਿੱਚ ਤਿਆਰ ਬਰ ਤਿਆਰ ਹੋ ਗਏ। ਚੌਪਈ ਆਪਣੇ ਆਪਣੇ ਬੰਦ ਬੰਦ ਭਾਰ। ਆਪਣੇ ਆਪਣੇ ਸਮਾਨ ਦਾ, ਜਿਹੜਾ ਲੋੜੀਂਦਾ ਸਮਾਨ, ਕੱਪੜਾ, ਖਾਣ ਪੀਣ ਦਾ ਜਾਂ ਭਾਂਡੇ ਮਾੜੇ ਮੋਟੇ, ਕਿਉਂਕਿ ਗ੍ਰਸਤੀ ਲੋਕ ਵਿੱਚੇ ਹੀ ਸਨ ਅਨੰਦਪੁਰ ਸਾਹਿਬ ਦੇ ਜਿਹੜੇ ਰਹਿੰਦੇ ਸਨ, ਉਹਨਾਂ ਨੇ ਆਪੋ ਆਪਣਾ ਸਮਾਨ ਦੇ ਭਾਰ ਪੰਡਾਂ 'ਚ ਬੰਨ੍ਹ ਲਏ। ਸ਼ਸਤਰ ਧਰੇ ਸਿਰ ਲੀਨ ਸਤਾਰ। ਤੇ ਸਿੰਘਾਂ ਨੇ ਸ਼ਸਤਰ ਧਾਰਨ ਕਰ ਲਏ। ਮਹਾਰਾਜ ਨੇ ਆਖਿਆ ਸ਼ਸਤਰ ਸਾਰੇ ਚੁੱਕ ਲਓ, ਖਾਸ ਕਰਕੇ ਬੰਦੂਕਾਂ, ਤੀਰ ਕਮਾਨ, ਬਰਛੇ, ਤਲਵਾਰਾਂ, ਭਾਲੇ, ਗੰਡਾਸੇ,
ਜਿੰਨੇ ਵੀ ਕਿਸਮ ਦੇ ਸ਼ਸਤਰ ਵਧੀਆ ਤੋਂ ਵਧੀਆ ਮਹਾਰਾਜ ਕੋਲ ਕੀਮਤੀ ਤੋਂ ਕੀਮਤੀ ਸ਼ਸਤਰ ਸਿੰਘਾਂ ਨੇ ਸਜਾ ਲਏ। ਜਿਸ ਕੋ ਸ਼ਕਤ ਉਠਾਵਨ ਕੇਰੀ, ਜਿਨ੍ਹਾਂ ਦੇ ਸਰੀਰ 'ਚ ਜਿੰਨਾ ਭਾਰ ਚੁੱਕਣ ਦੀ ਸ਼ਕਤੀ ਹੈ ਉਹਨੇ ਸ਼ਸਤਰ ਸਿੰਘਾਂ ਨੇ ਸਜਾ ਲਏ। 2-2 3-3 ਤੇਗੇ ਤਲਵਾਰਾਂ, ਖੰਡੇ ਗਾਤਰੇ ਪਾ ਲਏ। ਜੰਗ ਵਿੱਚ ਜਦੋਂ ਫੌਜ ਜਾਂਦੀ ਸਾਧ ਸੰਗਤ ਇੱਕ ਤਲਵਾਰ ਨਾਲ ਥੋੜਾ ਸਰਦਾ, ਪਤਾ ਨਹੀਂ ਕਿੰਨੇ ਕੁ ਸ਼ਸਤਰ ਚਲਾਣੇ ਪੈ ਜਾਂਦੇ ਆ। ਉਹ 5-5 ਤਲਵਾਰਾਂ, ਤੇਗੇ, ਗਾਤਰੇ, ਬਰਛੇ, ਖੰਜਰਾਂ, ਪੇਸ਼ ਕਵਚਾਂ, ਢਾਲਾਂ ਸਿੰਘਾਂ ਨੇ ਸਜਾ ਲਈਆਂ। ਆਪਣੇ ਆਪਣੇ ਘੋੜਿਆਂ ਤੇ ਸਮਾਨ ਜਿੰਨਾ ਕੁ ਲੱਦ ਸਕਦੇ ਸੀ ਲੱਦ ਲਿਆ। ਸੋ ਤਿਨ ਸੀਸ ਧਰੀ ਤਿਸ ਬੇਰੀ, ਜਿੰਨਾ ਕੁ ਸਮਾਨ ਚੁੱਕ ਸਕਦੇ ਸੀ ਆਪਣੇ ਆਪਣੇ ਸਿਰਾਂ ਤੇ ਚੁੱਕ ਕੇ ਲੋਕ ਤੁਰ ਪਏ। 4 ਘਟੀ ਜਬ ਨਿਸ਼ਾ ਗੁਜਾਰੀ, ਜਦੋਂ 4 ਘੜੀਆਂ ਰਾਤ ਬੀਤੀ, 1 ਘੜੀ 24 ਮਿੰਟ ਦੀ ਹੁੰਦੀ ਹੈ। ਔਰ ਸਾਧ ਸੰਗਤ ਜੀ ਤੁਹਾਨੂੰ ਪਤਾ ਅੱਜ ਕੱਲ੍ਹ ਹਨੇਰਾ ਛੇਤੀ ਪੈ ਜਾਂਦਾ, ਯਾਨੀ 6 ਵਜੇ ਤਾਂ ਹਨੇਰਾ ਪੈ ਜਾਂਦਾ, ਤੇ 4 ਘੜੀਆਂ ਦਾ ਮਤਲਬ ਹੈ ਵੀ 7:30 8 ਵੱਜ ਗਏ ਜਦੋਂ ਹਨੇਰਾ ਪੈ ਗਿਆ, ਕਾਫੀ ਹਨੇਰਾ ਪੈ ਗਿਆ। ਨੀਕੀ ਭਏ ਸਭਨ ਕੀ ਤਿਆਰੀ, ਉਹਨੇ ਟਾਈਮ ਤੱਕ ਸਭ ਦੀ ਤਿਆਰੀ ਹੋ ਗਈ, ਯਾਨੀ 8 ਵਜੇ ਤੱਕ ਤਾਂ ਸਾਰੇ ਤਿਆਰ ਹੋ ਗਏ। ਸ੍ਰੀ ਮੁਖ ਤੇ ਤਬ ਹੁਕਮ ਬਖਾਨਾ, ਮਹਾਰਾਜ ਜੀ ਨੇ ਜਦੋਂ ਵੇਖਿਆ ਵੀ ਸਾਰੇ ਤਿਆਰ, ਬੱਚੇ, ਬੀਬੀਆਂ, ਅਨੰਦਪੁਰ ਸਾਹਿਬ ਦੇ ਰਹਿਣ ਵਾਲਾ ਹਰ ਕੋਈ ਬੰਦਾ, ਬੱਚਾ, ਬੁੱਢਾ ਤਿਆਰ ਹੋ ਗਿਆ, ਤਾਂ ਮਹਾਰਾਜ ਦਸਮ ਪਾਤਸ਼ਾਹ ਹੁਕਮ ਦਿੱਤਾ, ਕਰੇ ਇਕੱਤਰ ਬਹੀਰਤ ਪਿਆਨਾ। ਮਹਾਰਾਜ ਨੇ ਆਖਿਆ ਭਾਈ ਜੰਨੀ ਵਹੀਰ ਹੈ, ਇਕੱਠੀ ਤੁਰਨਾ, ਖਿੰਡ ਪੁੰਡ ਕੇ ਕਿਤੇ ਦੁਸ਼ਮਣ ਦੇ ਘੇਰੇ 'ਚ ਨਾ ਆ ਜਾਏ ਜੀ। ਬੀਬੀਆਂ ਨੂੰ ਵਿਚਕਾਰ ਲੈ ਕੇ, ਉਹਨਾਂ ਦੇ ਆਲੇ ਦੁਆਲੇ ਬੱਚੇ ਜਿਹੜੇ 10-12 ਸਾਲ ਦੇ ਹਨ, ਉਹਨਾਂ ਦੇ ਆਲੇ ਦੁਆਲੇ ਬਜ਼ੁਰਗ, ਤੇ ਉਹਨਾਂ ਦੇ ਆਲੇ ਦੁਆਲੇ ਤਿਆਰ ਬਰ ਤਿਆਰ ਫੌਜਾਂ ਸਿੰਘਾਂ ਦੀਆਂ। ਏਦਾਂ ਮਹਾਰਾਜ ਨੇ ਕਿਹਾ ਵੀ ਇੱਕ ਜਥੇਬੰਦੀ ਦੇ ਰੂਪ 'ਚ ਤੁਸੀਂ ਸਾਰਿਆਂ ਨੇ ਬਚਾ ਕਰਕੇ ਨਿਕਲਣਾ ਹੈ। ਸੁਨ ਆਇਸ ਕੋ ਨਰ ਚੱਲ ਪਰੇ, ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਗਿਆ ਪਾ ਕੇ ਲੋਕ ਸਭ ਤੁਰ ਪਏ। ਦੁਰਗ ਵਹਿਰ ਨਿਕਸੇ ਦੁਖ ਭਰੇ, ਬੜੇ ਦੁਖੀ ਮਨ ਦੇ ਨਾਲ, ਮਨ ਰੋਂਦਾ, ਅੱਖੀਆਂ 'ਚ ਹੰਝੂ। ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਲੋਕ ਆਪਣਾ ਵਤਨ ਛੱਡ ਕੇ, ਆਪਣੇ ਬਸਦੇ ਰਸਤੇ ਘਰ ਛੱਡ ਕੇ, ਆਪਣੇ ਮਕਾਨ, ਆਪਣੇ ਵਿਹੜੇ ਛੱਡ ਕੇ ਤੁਰ ਪਏ ਹਨ। ਪੂਰਬ ਦਿਸ਼ ਕੋ ਮੁਖ ਕਰ ਚਲੇ, ਪੂਰਬ ਵਾਲਾ ਪਾਸਾ, ਅਨੰਦਪੁਰ ਸਾਹਿਬ ਤੋਂ ਪੂਰਬੀ ਪਾਸਾ ਜਿੱਧਰੋਂ ਸੂਰਜ ਚੜ੍ਹਦਾ ਹੈ, ਯਾਨੀ ਕੀਰਤਪੁਰ ਸਾਹਿਬ ਵਾਲਾ ਪਾਸਾ ਜਿਹੜਾ ਹੈ, ਉਧਰ ਨੂੰ ਮੂੰਹ ਕਰਕੇ ਲੋਕ ਤੁਰ ਪਏ। ਕੋ ਆਗੇ ਕੋ ਪਾਛੇ ਮਿਲੇ, ਕੋਈ ਅੱਗੇ ਕੋਈ ਪਿੱਛੇ, ਏਦਾਂ ਵਹੀਰ ਤੁਰ ਪਈ ਹੈ। ਬਹੁਤ ਦੁਨੀਆ ਰਹਿੰਦੀ ਸੀ ਅਨੰਦਪੁਰ ਦੇ ਵਿੱਚ। ਉਹ ਸਭ ਲੋਕ ਆਪੋ ਆਪਣਾ ਸਮਾਨ ਗੱਡਿਆਂ ਤੇ, ਰੇਹੜਿਆਂ ਤੇ ਲੱਦ ਕੇ, ਆਪਣੇ ਬਾਲ ਬੱਚੇ, ਨਿੱਕੇ ਨਿਆਣੇ ਲੈ ਕੇ ਵਿਚਾਰੇ, ਜਿਵੇਂ ਕੋਈ ਰਿਫਿਊਜੀ ਤੁਰਦਾ ਹੈ, ਜਿਵੇਂ ਕੋਈ ਕਾਫਲਾ ਤੁਰਦਾ ਹੈ, ਏਦਾਂ ਤੁਰ ਪਏ ਹਨ। ਵਹਿਰ ਨਿਸਾ ਬੀਤੀ ਜਿਸ ਕਾਲਾ, ਇੰਨੇ ਕਰਦੇ ਕਰਦੇ, ਤੁਰਦੇ ਤੁਰਦੇ ਵੀ 1 ਪਹਿਰ ਰਾਤ ਬੀਤ ਗਈ। 1 ਪਹਿਰ 3 ਘੰਟਿਆਂ ਦਾ, ਯਾਨੀ ਰਾਤ ਦੇ 9-10 ਵੱਜਣ ਵਾਲੇ ਹੋ ਗਏ। ਮਾਤਾ ਤਿਆਰ ਸਮਾਜ ਸੰਭਾਲਾ, ਫਿਰ ਮਾਤਾ ਗੁਜਰੀ ਜੀ ਵੀ ਤਿਆਰ ਹੋ ਗਏ। ਯਾਨੀ ਪਹਿਲਾਂ ਤਾਂ ਲੋਕ ਤੁਰੇ ਸਾਰੇ, ਫਿਰ ਮਾਤਾ ਨੂੰ ਵੀ ਮਹਾਰਾਜ ਨੇ ਇਸ਼ਾਰਾ ਕੀਤਾ। ਮਾਤਾ ਜੀ ਸਮਾਨ ਤਿਆਰ ਕਰਕੇ ਆਪਣਾ ਰੱਥ, ਆਪਣੇ ਨਿੱਕੇ 2 ਪੋਤਰੇ ਨਾਲ ਲੈ ਕੇ, 1 ਖਚਰ ਪਰ ਲਾਦੀ ਮੋਹਰੈ, ਮਾਤਾ ਨੇ 1 ਖੱਚਰ, ਉਹਦੇ ਤੇ ਮੋਹਰਾਂ ਦੀ 1 ਖੁਰਜੀ ਲੱਦ ਲਈ। ਸੋਨੇ ਦੀਆਂ ਮੋਹਰਾਂ ਮਾਤਾ ਜੀ ਨੇ ਨਾਲ ਲੱਦ ਲਈਆਂ ਵੀ ਰਸਤੇ 'ਚ ਕਿਤੇ ਖਰਚਾ ਕਰਨਾ ਪਵੇ। ਮਾਇਆ ਧਨ ਇਹ ਵੀ ਕਰਾਮਾਤ ਹੁੰਦੀ ਹੈ, ਇੱਕ ਸ਼ਕਤੀ ਹੁੰਦੀ ਹੈ, ਇਹਨੂੰ ਵੀ ਨਾਲ ਲੈ ਚੱਲੀਏ। 1 ਖੱਚਰ ਮੋਹਰਾਂ ਦੀ ਮਾਤਾ ਨੇ ਲੱਦ ਲਈ, ਸੋਨੇ ਦੀਆਂ ਮੋਹਰਾਂ ਸਨ। 1-2 ਦਾਸ ਚਲੇ ਕਰ ਮੋਰੈ, 1-2 ਸੇਵਾਦਾਰ ਮਾਤਾ ਦੇ ਨਾਲ ਨਾਲ ਤੁਰ ਪਏ। ਲਗ ਪੋਤਰੇ ਦੋਨੋਂ ਲੈ ਸਾਥ, ਨਿੱਕੇ ਪੋਤਰੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਮਾਤਾ ਜੀ ਆਪਣੇ ਨਾਲ ਲੈ ਕੇ, ਸੁਯੰਦਨ ਚੜ੍ਹੋ ਕਹਿਓ ਗੁਰਨਾਥ। ਮਹਾਰਾਜ ਕਹਿਣ ਲੱਗੇ 10ਵੇਂ ਪਾਤਸ਼ਾਹ, ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਤੁਸੀਂ ਨਾਲ ਲੈ ਕੇ ਰੱਥ ਤੇ ਸਵਾਰ ਹੋ ਜਾਓ। ਪ੍ਰਥਮ ਆਪਣਾ ਤੇ ਦਉ ਚੜਾਏ, ਮਾਤਾ ਨੇ ਪਹਿਲਾਂ ਆਪਣੇ ਦੋਵੇਂ ਪੋਤਰਿਆਂ ਨੂੰ ਚੁੱਕ ਕੇ ਆਪਣੇ ਹੱਥੀਂ, ਕਿਉਂਕਿ ਛੋਟੇ ਸਨ ਬਾਬੇ ਫਤਿਹ ਸਿੰਘ ਜੀ ਤਾਂ ਪੌਣੇ 7 ਸਾਲ ਦੇ ਸਨ, ਤੇ ਬਾਬੇ ਜੀ ਵੱਡੇ, ਉਹ ਵੀ 9 ਸਾਲ ਤੋਂ ਘੱਟ ਹੀ ਸਨ। ਦੋਵਾਂ ਨੂੰ ਰੱਥ ਵਿੱਚ ਬਿਠਾਇਆ ਵੀ ਤੁਸੀਂ ਬੈਠੋ,
ਤੇ ਫਿਰ ਮਾਤਾ ਆਪ ਚੜੀ ਹੈ। ਬਹੁਰ ਚੜੀ ਮਾਤਾ ਸਹਸਾਏ, ਫਿਰ ਮਾਤਾ ਜੀ ਆਪ ਸਹਿਜੇ ਰਥ ਦੇ ਵਿੱਚ ਬੈਠ ਗਏ। ਸਤਿਗੁਰ ਮਹਿਲ ਸੁੰਦਰੀ ਮਾਤ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਕਲਗੀਧਰ ਮਹਾਰਾਜ ਜੀ ਦੇ ਮਹਿਲ ਪੂਜਨੀਕ ਮਾਤਾ ਸੁੰਦਰੀ ਜੀ ਹਰ ਸਾਹਿਬ ਦੇਵੀ ਚਿਤ ਸ਼ਾਂਤ, ਔਰ ਪੂਜਨੀਕ ਮਾਤਾ ਸਾਹਿਬ ਦੇਵੀ ਜੀ। ਸਾਧ ਸੰਗਤ ਜੀ, ਅੱਜ ਕੱਲ ਠੀਕ ਹੈ ਕਿ ਸਮੇਂ ਦੇ ਹਿਸਾਬ ਨਾਲ ਲੋਕ ਸਾਹਿਬ ਕੌਰ ਕਹਿਣ ਲੱਗ ਪਏ ਹੈ, ਪਰ ਪੁਰਾਣੇ ਕਿਸੇ ਗ੍ਰੰਥ ਵਿੱਚ ਸਾਹਿਬ ਕੌਰ ਨਹੀਂ ਮਿਲਦਾ। ਮਾਤਾ ਸਾਹਿਬ ਦੇਵੀ, ਮਾਤਾ ਜੀ ਦੇ ਹੁਕਮਨਾਮੇ ਹੱਥ ਤੇ ਲਿਖੇ ਹੋਏ ਵੀ ਗੁਰੂ ਕਲਗੀਧਰ ਜੀ ਤੋਂ ਜੋਤੀ ਜੋਤ ਸਮਾਨ ਤੋਂ 26 ਸਾਲ ਬਾਅਦ ਤੱਕ ਮਾਤਾ ਜੀ ਦੇ ਹੁਕਮਨਾਮੇ ਮਿਲਦੇ ਹੈ। ਸਾਹਿਬ ਦੇਵੀ ਹੀ ਲਿਖਿਆ ਹੋਇਆ ਸਾਰਿਆਂ ਦੇ ਵਿੱਚ, ਸੁੰਦਰੀ ਹੀ ਲਿਖਿਆ ਹੋਇਆ, ਸੁੰਦਰ ਕੌਰ ਕਿਤੇ ਨਹੀਂ ਮਿਲਦਾ। ਹੁਣ ਸਾਰੇ ਆਪਾਂ ਨਾਮ ਬਦਲੀ ਜਾਂਦੇ ਆ, ਮਾਤਾ ਗੁਜਰੀ ਨੂੰ ਗੁਜਰ ਕੌਰ, ਮਾਤਾ ਸੁੰਦਰੀ ਜੀ ਨੂੰ ਸੁੰਦਰ ਕੌਰ, ਸਾਹਿਬ ਦੇਵੀ ਜੀ ਨੂੰ ਸਾਹਿਬ ਕੌਰ ਕਹਿਣ ਲੱਗ ਪਏ ਆ, ਪਰ ਪੁਰਾਣੇ ਗ੍ਰੰਥਾਂ 'ਚ ਨਹੀਂ ਮਿਲਦਾ। ਜਿਹੜੀ ਚੀਜ਼ ਪੁਰਾਤਨ ਹੋਵੇ ਉਹ ਮੰਨਣੀ ਚਾਹੀਦੀ ਹੈ। ਆਹ ਦੇਖੋ ਤੁਹਾਡੇ ਸਾਹਮਣੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਵੀ ਉਹੀ ਲਿਖ ਰਹੇ ਨੇ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵੀ ਜੀ। ਨਮੋ ਕਰੀ ਗੁਰ ਕੋ ਕਰ ਜੋੜੇ, ਦੋਵਾਂ ਮਾਤਾਵਾਂ ਨੇ ਸ੍ਰੀ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਮੱਥਾ ਟੇਕਿਆ। ਹਾਂਜੀ, ਦੋਨੋਂ ਤਬ ਅਰੂੜ ਕਰ ਡੋਰੇ, ਅੱਖਾਂ 'ਚ ਹੰਝੂ ਭਰੇ ਬੈਰਾਗ ਦੀ ਮੂਰਤੀ ਬਣੇ ਹੋਏ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵੀ ਜੀ ਰਥ ਦੇ ਵਿੱਚ ਡੋਲਿਆਂ ਦੇ ਸਵਾਰ ਹੋ ਗਏ। ਆਇਸ ਪਾਏ ਨਿਕਸ ਕਰ ਚਾਲੀ, ਆਗਿਆ ਲੈ ਕੇ ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਪਏ। ਮਾਤਾ ਜੀ ਵੀ ਸ਼ਿਆਮ ਜਾਮਨੀ ਬਹੁ ਤਮ ਵਾਲੀ, ਕਾਲੀ ਬੋਹੀ ਰਾਤ ਸੀ, ਹਨੇਰਾ ਸਾਰੇ ਪਾਸੇ ਪਸਰਿਆ ਹੋਇਆ ਸੀ। ਅਪਰ ਜੇ ਨਰ ਨਹਿ ਲਰਨੇ ਹਾਰੇ, ਹੋਰ ਜਿਹੜੇ ਲੋਕ ਸਨ ਸਾਧ ਸੰਗਤ ਜੀ, ਜਿਹੜੇ ਲੜਨ ਵਾਲੇ ਨਹੀਂ ਸਨ, ਅਪਰ ਜੇ ਨਰ ਨਹਿ ਲਰਨੇ ਹਾਰੇ, ਜਿਹੜੇ ਲੜਨ ਵਾਲੇ ਨਹੀਂ ਸਨ, ਯਾਨੀ ਆਮ ਸਿਵਲੀਅਨ ਸੰਗਤ ਸੀ ਜਿਹੜੀ ਗੁਰੂ ਦੀ, ਸੋ ਮਿਲ ਮਿਲ ਕਰ ਵਹਿਰ ਪਧਾਰੇ, ਜਿਹੜੇ ਘਰਾਂ 'ਚ ਰਹਿਣ ਵਾਲੇ ਸਨ ਉਹ ਵੀ ਮਾਤਾ ਜੀ ਹੋਰਾਂ ਦੇ ਨਾਲ ਨਾਲ ਪਿੱਛੇ ਅੱਗੇ ਪਿੱਛੇ ਲਾਰਾ ਬੰਨ੍ਹ ਕੇ ਤੁਰ ਪਏ। ਗਿਓ ਬਹੀਰ ਉਲੰਘ ਕਈ ਕੋਸ, ਇਸ ਤਰ੍ਹਾਂ ਸਾਧ ਸੰਗਤ ਜੀ ਕਈ ਕੋਸ ਬਹੀਰ ਲੰਘ ਗਿਆ। ਬੈਠੇ ਸਤਿਗੁਰ ਦੁਰਗ ਸਰੋਸ, ਸ੍ਰੀ ਕਲਗੀਧਰ ਮਹਾਰਾਜ ਜੀ ਆਪ ਜਿਹੜੇ ਹਨ ਉਹ ਕਿਲੇ ਦੇ ਵਿੱਚ ਬੂਹੀ ਬੀਰ ਰਸ ਵਿੱਚ ਆਏ ਬੈਠੇ ਹੋਏ। ਆਨੰਦਗੜ੍ਹ ਸਾਹਿਬ ਮਹਾਰਾਜ ਅਜੇ ਨਹੀਂ ਗਏ, ਪਹਿਲਾਂ ਮਹਾਰਾਜ ਨੇ ਵਹੀਰ ਤੋਰਿਆ ਹੌਲੇ ਹੌਲੇ, ਫਿਰ ਮਾਤਾ ਜੀ ਵੀ ਤੁਰ ਪਏ, ਮਾਤਾ ਗੁਜਰੀ ਜੀ, ਉਹਨਾਂ ਦੇ ਨਾਲ ਹੀ ਪਿੱਛੇ ਪਿੱਛੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵੀ ਜੀ ਤੇ ਮਹਾਰਾਜ ਦਾ ਸਾਰਾ ਪਰਿਵਾਰ। ਇਸ ਤਰ੍ਹਾਂ ਸੰਗਤਾਂ, ਬੀਬੀਆਂ, ਬੱਚੇ, ਬੁੱਢੇ, ਜਿਹੜੇ ਆਮ ਸਿਵਲੀਅਨ ਲੋਕ ਸਨ ਜਿਨ੍ਹਾਂ ਨੇ ਯੁੱਧ ਨਹੀਂ ਸੀ ਕਰਨਾ, ਉਹ ਵਿਚਾਰੇ ਤੁਰ ਪਏ ਹਨ। ਸਨੇ ਸਨੇ ਸਭ ਕਰ ਕਰ ਤਿਆਰ, ਸਾਰਿਆਂ ਨੂੰ ਤਿਆਰ ਕਰ ਕਰਕੇ ਗੁਰੂ ਜੀ ਭੇਜੀ ਜਾ ਰਹੇ, ਭਾਈ ਛੇਤੀ ਕਰੋ, ਜਾਓ ਸਾਰੇ ਹੁਣ ਤੁਸੀਂ। ਹਾਂ, ਚਲੇ ਲੋਕ ਥੱਪ ਪੰਥ ਮੁਝਾਰ, ਉਸ ਵੇਲੇ ਕਈ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਜਿਹੜੇ ਸਨ ਅਨੰਦਪੁਰ ਸਾਹਿਬ ਤੋਂ ਨਿਕਲੇ ਹਨ। ਸਾਵਧਾਨ ਜੋ ਸ਼ਸਤਰ ਸਮੇਤ, ਹੁਣ ਮਹਾਰਾਜ ਦੇ ਕੋਲ ਕੌਣ ਰਹਿ ਗਏ ਹਨ? ਸੂਰਬੀਰ ਬਹਾਦਰ ਯੋਧੇ, ਜੰਗਜੂ, ਜਿਹੜੇ ਸਾਵਧਾਨ ਹੋ ਕੇ ਵੈਰੀ ਨਾਲ ਯੁੱਧ ਕਰਨ ਵਾਲੇ ਹਨ, ਬੜੇ ਬੜੇ ਬਹਾਦਰ ਜੰਗਜੂ ਸੂਬ ਸਿਪਾਹੀ ਹਨ, ਉਹ ਮਹਾਰਾਜ ਦੇ ਕੋਲ ਖੜੇ ਹਨ। ਰਖੇ ਸਿੰਘ ਡਿਗ ਲਰਬੇ ਹੇਤ, ਬੜੇ ਲੜਾਕੇ ਸੂਰਬੀਰ ਯੋਧੇ ਸਿੰਘ ਮਹਾਰਾਜ ਸਾਹਿਬ ਕਲਗੀਧਰ ਪਿਤਾ ਜੀ ਆਪਣੇ ਕੋਲ ਰੱਖੇ ਹਨ। ਢੇਡਕ ਜਾਮ ਜਾਮਨੀ ਗਈ, ਇਸ ਤਰ੍ਹਾਂ ਕਰਦੇ ਕਰਦੇ ਸਾਰਿਆਂ ਨੂੰ ਤੋਰਦਿਆਂ ਸਭ ਜਦੋਂ ਤੁਰ ਗਏ ਤਾਂ 1:30 ਪਹਿਰ ਰਾਤ ਬੀਤ ਗਈ। ਰਾਤ ਦੇ ਕੋਈ 11, 11:30 ਵਜੇ ਦਾ ਟਾਈਮ ਸਮਝੋ ਹੋ ਗਿਆ। ਤਬ ਸਤਿਗੁਰ ਨਿਜ ਧਿਆਰੀ ਕਈ, ਵਾਵਾ ਅੱਧੀ ਰਾਤ ਤੋਂ ਪਹਿਲਾਂ ਯਾਨੀ 11 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਤਿਆਰੀ ਕਰ ਗਈ। ਨਿਕਸੇ ਪ੍ਰਥਮ ਗਏ ਤਿਸ ਜਾਏ, ਮਹਾਰਾਜ ਸੱਚੇ ਪਾਤਸ਼ਾਹ ਤਿਆਰ ਬਰ ਤਿਆਰ ਕਮਰ ਕਸਾ ਕਰਕੇ ਸ਼ਸਤਰ ਬਸਤਰ ਸਜਾ ਕੇ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਗਏ ਹਨ। ਸ੍ਰੀ ਗੁਰੂ ਤੇਗ ਬਹਾਦਰ ਥਾਏ, ਜਿਸ ਜਗ੍ਹਾ ਦਾ ਨਾਮ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਅੰਗੀਠਾ ਸਾਹਿਬ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤਖਤ ਕੇਸਗੜ੍ਹ ਸਾਹਿਬ ਵੀ ਪੂਜਨੀਕ ਸਥਾਨ ਹੈ, ਪਰ ਉਸ ਵੇਲੇ ਸਭ ਤੋਂ ਜ਼ਿਆਦਾ ਵੱਡਾ ਸਥਾਨ ਮੰਨਿਆ ਜਾਂਦਾ ਸੀ ਪੂਜਨੀਕ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਗੀਠਾ ਸਾਹਿਬ ਸੀ, ਜਿੱਥੇ ਭਾਈ ਜੈਤਾ ਜੀ ਜਦੋਂ ਦਿੱਲੀ ਤੋਂ ਸੀਸ ਲੈ ਕੇ ਆਏ ਤੇ ਸ੍ਰੀ ਕਲਗੀਧਰ ਮਹਾਰਾਜ ਜੀ ਨੇ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ।
ਅੱਜ ਵੀ ਉਹ ਅੰਗੀਠਾ ਸਾਹਿਬ ਉਸੇ ਤਰ੍ਹਾਂ ਮੌਜੂਦ ਹੈ। ਸੰਗਤਾਂ ਦਰਸ਼ਨ ਕਰਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗੀਠੇ ਸਾਹਿਬ ਦੇ ਉੱਤੇ ਪ੍ਰਕਾਸ਼ਮਾਨ ਹੁੰਦੇ ਹੈ। ਸੋ ਸਾਧ ਸੰਗਤ ਜੀ, ਉਸ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਏ ਹਨ। ਖਰੇ ਹੋਏ ਦਰਬਾਰ ਅਗਾਰੀ, ਸਾਰੇ ਸਿੰਘ ਨਾਲ ਹਨ, ਫੌਜਾਂ ਨਾਲ ਹਨ। ਜਰਨੈਲ ਭਾਈ ਉਦੇ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਮੋਹਕਮ ਸਿੰਘ ਜੀ, ਦੇਵਾ ਸਿੰਘ ਜੀ, ਈਸ਼ਰ ਸਿੰਘ ਜੀ, ਟਹਿਲ ਸਿੰਘ ਜੀ, ਬੜੇ ਬੜੇ ਯੋਧੇ, ਜੰਗੀ ਯੋਧੇ ਸਿੰਘ ਮਹਾਰਾਜ ਦੇ ਨਾਲ ਹਨ। ਸਭ ਖਾਲਸਾ ਸਨਦਬੱਧ ਹੋਇਆ। ਗੁਰਦੁਆਰਾ ਸੀਸਗੰਜ ਸਾਹਿਬ ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਖਲੋ ਕੇ ਕਰ ਅਰਦਾਸ ਬੰਦਨਾ ਧਾਰੀ, ਸ੍ਰੀ ਕਲਗੀਧਰ ਜੀ ਨੇ ਵਿਦਾਇਗੀ ਦੀ ਅਰਦਾਸ ਕੀਤੀ ਹੈ। हे ਪਿਤਾ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੇ ਨਗਰ ਵਿੱਚ ਰਹੇ ਹਾਂ, ਸੇਵਾ ਜਿੰਨੀ ਹੋਈ ਹੈ ਸਰੀ ਬਣੀ ਕੀਤੀ ਹੈ। ਆਪ ਜੀ ਦੇ ਭਾਣੇ ਵਿੱਚ ਇਸ ਧਰਤੀ ਨੂੰ ਅੱਜ ਛੱਡ ਕੇ ਜਾ ਰਹੇ ਹਾਂ। ਗਰੀਬ ਨਵਾਜ਼ ਸਤਿਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਆਗਿਆ ਬਖਸ਼ੋ। ਇਸ ਧਰਤੀ ਨੂੰ ਆਪ ਸੰਭਾਲਣਾ ਕਰੋ। ਇਹ ਅਨੰਦਪੁਰ ਸਾਹਿਬ ਸਦਾ ਇਸੇ ਤਰ੍ਹਾਂ ਵਸਦਾ ਰਸਦਾ ਰਵੇ, ਸਦਾ ਆਪਣੇ ਖਾਲਸੇ ਦੇ ਅੰਗ ਸੰਗ ਰਹਿਣਾ। ਐਸੀ ਅਰਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਪਿਤਾ ਜੀ ਦੇ ਚਰਨਾਂ ਵਿੱਚ ਕਰਦੇ ਹਨ। ਬਹੁਰ ਉੱਚੇ ਕੀਨ ਬਖਾਨ, ਮੱਥਾ ਟੇਕਿਆ ਹੈ ਅਰਦਾਸ ਕਰਕੇ ਗੁਰੂ ਚਰਨਾਂ ਦੇ ਵਿੱਚ। ਹਾਜ਼ਰ ਨਾਜ਼ਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੀ ਬੇਨਤੀ ਕਰਕੇ ਮਹਾਰਾਜ ਖਾਲਸੇ ਵੱਲ ਦੇਖਿਆ। ਪਿੱਛੇ ਬਹੁਤ ਦੂਰ ਤਾਈਂ ਫੌਜਾਂ ਖੜੀਆਂ ਸਨ, ਸ਼ਸਤਰਾਂ ਦੇ ਨਾਲ ਲੈਸ ਹੋਏ, ਬਰਛੇ, ਬੰਦੂਕਾਂ, ਤਲਵਾਰਾਂ, ਭਾਲੇ, ਗੰਡਾਸੇ ਸਿੰਘਾਂ ਦੇ ਸ਼ੋਭਾ ਪਾ ਰਹੇ ਸਨ। ਹਨੇਰੇ ਦਾ ਸਮਾਂ ਸੀਗਾ, ਰਾਤ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉੱਚੇ ਆਵਾਜ਼ ਦੇ ਕੇ ਸਮੁੱਚੇ ਖਾਲਸੇ ਨੂੰ ਸੰਬੋਧਨ ਕਰਕੇ ਬਚਨ ਕੀਤਾ। ਹੈ ਕੋ ਸਾਧ ਰਹੇ ਇਸ ਥਾਨ, ਮਹਾਰਾਜ ਕਹਿੰਦੇ ਭਾਈ ਗੁਰੂ ਕੇ ਪਿਆਰ ਵਾਲਿਓ, ਇਹ ਪਿਤਾ ਗੁਰਦੇਵ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰਬਾਰ ਹੈ। ਤੁਹਾਡੇ 'ਚ ਕੋਈ ਹੈ ਇਹੋ ਜਿਹਾ ਪਿਆਰਾ ਜਿਹੜਾ ਸਾਡੇ ਜਾਣ ਤੋਂ ਬਾਅਦ ਇੱਥੇ ਰਵੇ ਪਿੱਛੇ, ਇਸ ਗੁਰਦੁਆਰੇ ਦੀ ਸੇਵਾ ਨਾ ਕਰੇ? ਗੁਰੂ ਤੇਗ ਬਹਾਦਰ ਦੇ ਦਰਬਾਰ 'ਚ 2 ਟਾਈਮ ਝਾੜੂ ਮਾਰਨਾ, ਦੀਵਾ ਬਾਲਣਾ, ਆਏ ਗਏ ਸਿੱਖ ਦੀ ਸੇਵਾ ਸੰਭਾਲ ਕਰਨ ਵਾਸਤੇ ਕੋਈ ਹੈ ਕੋਈ ਜਿਹੜਾ ਗੁਰਦੁਆਰੇ ਗੁਰੂ ਸੀਸਗੰਜ ਸਾਹਿਬ 2 ਟਾਈਮ ਸੇਵਾ ਨਿਭਾਏਗਾ? ਤੁਹਾਡੇ ਵਿੱਚੋਂ ਕੋਈ ਬੋਲੋ। ਹਾਂਜੀ। ਝਾਰੂ ਦੀਪਕ ਨਿਤ ਪ੍ਰਤ ਕਰੈ, ਇਹੋ ਜਿਹਾ ਪਿਆਰਾ ਕੋਈ ਨਿਤਰੇ ਭਾਈ ਜਿਹੜਾ ਝਾੜੂ ਦੀ ਤੇ ਦੀਵੇ ਦੀ 2 ਟਾਈਮ ਸੇਵਾ ਕਰੇ। ਸ੍ਰੀ ਗੁਰਦੇਵ ਸੇਵ ਹਿਤ ਧਰੈ। ਦੇਖੋ ਸਾਧ ਸੰਗਤ ਜੀ, ਗੁਰਦੁਆਰੇ 'ਚ 2 ਚੀਜ਼ਾਂ ਮਹੱਤਵਪੂਰਨ ਹੁੰਦੀਆਂ, ਇੱਕ ਝਾੜੂ ਸਫਾਈ, ਇੱਕ ਲਾਈਟ ਦਾ ਬੰਦੋਬਸਤ। ਅੱਜ ਕੱਲ੍ਹ ਕਈ ਸੱਜਣ ਕਹਿੰਦੇ ਜੀ ਦੀਵਾ ਬਾਲਣਾ, ਜੋਤ ਬਾਲਣੀ ਕਦ ਕਿੱਥੋਂ ਸ਼ੁਰੂ ਹੋਈ, ਕਿਉਂ ਹੁੰਦੀ ਹੈ ਜੀ? ਪ੍ਰਚਾਰ ਦਾ ਪੁੱਠਾ ਜਿੰਨਾ ਮਰਜ਼ੀ ਕਰ ਲਓ। ਮੈਂ ਕਹਿੰਦਾ ਹਨੇਰਾ ਪਾ ਕੇ ਰੱਖਣਾ ਚਾਹੁੰਦੇ ਹੋ ਤੁਸੀਂ? ਜੋਤ ਜਿਹੜੀ ਸੀ ਸਾਧ ਸੰਗਤ ਜੀ, ਇਹ ਪ੍ਰਕਾਸ਼ ਦਾ ਪ੍ਰਤੀਕ ਹੈ। ਮਹਾਰਾਜ ਕਹਿੰਦੇ ਭਾਈ ਗੁਰਦੁਆਰੇ 'ਚ ਦੀਵਾ ਬਾਲੋ, ਜੋਤ ਜਗਾਓ, ਤੇ ਗੁਰਦੁਆਰੇ ਝਾੜੂ। ਇਹ ਦੱਸੋ ਤੁਸੀਂ ਕਰੋਗੇ ਸੇਵਾ ਕੋਈ ਸਿੰਘ? ਹਾਂਜੀ। 3 ਬਾਰ ਗੁਰ ਬਚਨ ਉਚਾਰਾ, 3 ਵਾਰੀ ਗੁਰੂ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਹਨ। ਨਹਿ ਕੋ ਬੋਲਿਓ ਡਰ ਉਰ ਧਾਰਾ। ਸਾਧ ਸੰਗਤ ਜੀ, ਉਸ ਵੇਲੇ ਤੁਰਕਾਂ ਦਾ ਇੰਨਾ ਡਰ ਸੀਗਾ, ਹਾਲਾਤ ਇੰਨੇ ਭਿਆਨਕ ਸਨ, ਕੋਈ ਵੀ ਸਿੰਘ ਬੋਲਿਆ ਨਹੀਂ, ਕਿਸੇ ਨੇ ਹਾਮੀ ਨਹੀਂ ਭਰੀ ਪਿੱਛੇ ਰਹਿਣ ਨੂੰ। ਕੱਲਾ ਕਿਵੇਂ ਰਵੇ ਕੋਈ? ਸਤਿਗੁਰੂ ਚੱਲੇ ਆ, ਫੌਜਾਂ ਚੱਲੀਆਂ, ਸਾਰਾ ਪਰਿਵਾਰ ਚਲਾ ਗਿਆ, ਸਾਰਾ ਸ਼ਹਿਰ ਚਲਾ ਗਿਆ, ਕੋਈ ਸੁੰਨਸਾਨ ਨਗਰੀ ਦੇ ਵਿੱਚ ਗੁਰਦੁਆਰਾ ਸੀਸਗੰਜ ਦੀ ਸੇਵਾ ਸੰਭਾਲ ਕੱਲਾ ਕਰਨ ਨੂੰ ਕੋਈ ਰਾਜੀ ਨਾ ਹੋਇਆ। ਅਚਰਜ ਸੁਆਗ ਵਿਸਾਲ ਅਰੰਭੇ। ਭਾਈ ਸਾਹਿਬ ਕਹਿੰਦੇ ਮੇਰੇ ਸਤਿਗੁਰੂ ਅੱਜ ਇਹੋ ਜਿਹਾ ਸੁਆਂਗ ਰਚ ਦਿੱਤਾ ਹੈ, ਇਹਦੇ 'ਚ ਪਾਸ ਹੋਣਾ ਬੜਾ ਔਖਾ ਹੈ, ਬੜੀ ਕਰੜੀ ਪ੍ਰੀਖਿਆ ਹੈ। ਸਾਧ ਸੰਗਤ ਜੀ, ਇਹ ਗੁਰੂਆਂ ਦੀ ਲੀਲਾ ਗੁਰੂ ਹੀ ਜਾਣਦੇ ਆ। ਸਿੱਖ ਘੁਆ ਲੈਣਾ ਸਾਧ ਸੰਗਤ ਜੀ, ਸਿੱਖਾਂ ਦਾ ਬਾਣਾ ਪਾ ਲੈਣਾ ਬੜਾ ਸੌਖਾ ਹੈ, ਪਰ ਸਿੱਖੀ ਦੇ ਇਮਤਿਹਾਨ ਪਾਸ ਕਰਨੇ ਬੜੀ ਦੂਰ ਦੀ ਗੱਲ ਹੈ, ਬੜੀ ਔਖੀ ਖੇਡ ਹੈ। ਅੱਜ ਗੁਰੂ ਨੇ ਪ੍ਰੀਖਿਆ ਪਾ ਦਿੱਤੀ। ਇੰਨਾ ਖਾਲਸਾ ਖੜਾ ਹੈ, ਬੜੇ ਬੜੇ ਨਾਮੀ ਯੋਧੇ ਖੜੇ ਆ। ਮਹਾਰਾਜ ਕਹਿੰਦੇ ਕੋਈ ਹੈ ਤੁਹਾਡੇ 'ਚੋਂ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਸੇਵਾ ਕਰੇ? ਰਹੀ ਨਾ ਧੀਰਜ ਭਏ ਅਚੰਬੇ। ਕਿਸੇ ਦਾ ਹੌਸਲਾ ਨਹੀਂ ਪਿਆ, ਕਿਸੇ ਧੀਰਜ ਨਹੀਂ ਰਹੀ, ਸਭ ਹੈਰਾਨ ਹਨ।
ਮਹਾਰਾਜ ਕੀ ਧਿਆਨ ਲੈ ਰਹੇ? ਇਹ ਉਹ ਗੁਰਦੁਆਰਾ ਸੀਸਗੰਜ ਹੈ ਜਿਹਦੀ 2 ਟਾਈਮ ਅਸੀਂ ਸੇਵਾ ਕਰਦੇ ਸੀ। ਜਿਹੜੇ ਗੁਰਦੁਆਰੇ ਸੀਸਗੰਜ ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀ ਦੀ ਸੀ, ਮੱਥਾ ਟੇਕੀਦਾ ਸੀ। ਅੱਜ ਗੁਰੂ ਸਾਹਿਬ ਕਹਿੰਦੇ ਕੋਈ ਰਵੋ ਤੇ ਰਹਿਣ ਦਾ ਕਿਸੇ ਦਾ ਹੀਆ ਨਹੀਂ ਪੈਂਦਾ। ਇੱਕ ਗੁਰ ਬਖਸ਼ ਸਾਧ ਜਿਗ ਖਰਿਓ। ਉਸ ਵੇਲੇ ਇੱਕ ਉਦਾਸੀ ਸੰਤ ਸਾਧ ਸੰਗਤ ਜੀ, ਅੱਜ ਕੱਲ੍ਹ ਤੇ ਅਸੀਂ ਬਾਹਰ ਨਾਲ ਵੱਡੀ ਕਿਰਪਾਨ ਹੋਵੇ, ਚੰਗਾ ਦਮਾਲਾ ਹੋਵੇ, ਮੋਟਾ ਜਾਂ ਖੜਾ ਹੋਵੇ ਤੇ ਤਾਂ ਖੁਸ਼ ਹੁੰਦੇ ਵੀ ਸਿੱਖ ਹੈ। ਪਰ ਖਾਲਸਾ ਜੀ ਉਦਾਸੀ ਪੰਥ ਵੀ ਆਪਣਾ ਹੀ ਹੈ। ਉਹ ਲੰਗੋਟੀਆਂ ਵਾਲੇ ਸਾਧ ਜਿਨ੍ਹਾਂ ਨੇ ਸਾਧ ਸੰਗਤ ਜੀ 300 ਸਾਲ 400 ਸਾਲ ਗੁਰਦੁਆਰੇ ਸਾਂਭੇ ਨਾ, ਉਹਨਾਂ ਦੀ ਤਪੱਸਿਆ ਵੀ ਕੋਈ ਘੱਟ ਕੋਈ ਨਹੀਂ। ਮਹਾਰਾਜ 10ਵੇਂ ਪਾਤਸ਼ਾਹ ਦੇ ਕੋਲ ਖੜਾ ਸੀ ਉਦਾਸੀ ਸੰਤ ਇੱਕ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾਇ ਦੇ ਸਾਧੂ। ਉਹ ਸੀਗਾ ਬਾਬਾ ਗੁਰਬਖਸ਼। ਗੁਰੂ ਸਾਹਿਬ ਦੇ ਬਿਲਕੁਲ ਹੀ ਨੇੜੇ ਖੜਾ ਸੀ ਕੁਦਰਤੀ। ਉਹ ਵੀ ਨਾਲ ਜਾਣ ਨੂੰ ਤਿਆਰ ਸੀ ਵਿਚਾਰਾ, ਕਿਉਂਕਿ ਸਾਰਿਆਂ ਨੇ ਜਾਣਾ ਸੀ, ਉਦਾਸੀਆਂ ਨੇ ਕਿਹੜਾ ਪਿੱਛੇ ਰਹਿਣਾ ਸੀ। ਗੁਰਬਖਸ਼ ਸਾਧ ਖੜਾ ਸੀ ਕੋਲ। ਸਭ ਲੋਕਤ ਬਾਕ ਉਚਰਿਓ। ਸ੍ਰੀ ਕਲਗੀਧਰ ਮਹਾਰਾਜ ਉਸ ਸੰਤ ਨੂੰ, ਉਸ ਉਦਾਸੀ ਸਾਧ ਨੂੰ ਦੇਖ ਕੇ ਕਹਿਣ ਲੱਗੇ, ਬਸੋ ਇਹਾਂ ਤੁਮ ਸੇਵਾ ਕਰੋ। ਕਹਿੰਦੇ ਗੁਰਬਖਸ਼ ਜੀ, ਸੰਤ ਜੀ, ਤੁਸੀਂ ਤਾਂ ਸਾਧ ਹੋ, ਤੁਸੀਂ ਤੇ ਕੋਈ ਘਰ-ਬਾਰ ਛੱਡਿਆ, ਦੁਨੀਆ ਨਹੀਂ, ਕੋਈ ਵਿਆਹ ਨਹੀਂ, ਕੋਈ ਨਿਆਣੇ ਨਹੀਂ, ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ, ਤੁਸੀਂ ਤਾਂ ਜੀਵਨ ਦੇਖੇ ਲਾਇਆ ਹੋਇਆ ਤੇ ਤੁਸੀਂ ਇੱਥੇ ਰਹਿ ਜਾਓ। ਤਾਂ ਤੁਸੀਂ ਮਹਾਰਾਜ 9ਵੇਂ ਪਾਤਸ਼ਾਹ ਗੁਰਦੇਵ ਦੇ ਦਰਬਾਰ ਦੀ ਸੇਵਾ, ਝਾੜੂ ਦੀ, ਦੀਵੇ ਦੀ, ਨਿਤਨੇਮ ਦੀ ਕਰੋ। ਕਰ ਸੇਵਾ ਨਿਜ ਜਨਮ ਸੁਧਰਿਓ। ਮਹਾਰਾਜ ਕਹਿੰਦੇ ਸੇਵਾ ਕਰਕੇ ਗੁਰਦੁਆਰੇ ਸੀਸਗੰਜ ਸਾਹਿਬ ਜੀ ਦੀ ਆਪਣਾ ਜਨਮ ਸੁਧਾਰ ਲਓ। ਮਹਾਦੇਵ ਤਿਸ ਕਾ ਗੁਰ ਬੋਲਾ। ਉਹਦਾ ਗੁਰੂ ਵੀ ਉੱਥੇ ਖੜਾ ਸੀ। ਇਹ ਉਦਾਸੀ ਸੰਤਾਂ 'ਚ ਨਾ ਦੇਹਧਾਰੀ ਗੁਰੂ ਦੀ ਪਰੰਪਰਾ ਚੱਲੀ ਆਉਂਦੀ, ਪੋਤਾ ਚੇਲਾ ਗਾਂ ਦੀ ਗਾਂ ਚੱਲੇ। ਜਿਹੜਾ ਸਹੀ ਸਾਧੂ ਪਛਾਣਨਾ ਹੋਵੇ ਨਾ, ਉਦਾਸੀ ਸਾਧੂ, ਕਈ ਨਕਲੀ ਵੀ ਬਣੇ ਫਿਰਦੇ ਹੋਣਗੇ, ਪਰ ਜਿਹੜਾ ਸਹੀ ਹੈ ਨਾ, ਉਹ ਆਪਣੇ ਪਿਓ, ਦਾਦੇ, ਪੜਦਾਦੇ, ਲਗੜਦਾਦੇ ਦੀ ਸੰਗਲੀ ਜਾ ਕੇ ਬਾਬੇ ਸ੍ਰੀ ਚੰਦ ਨਾਲ ਜੋੜਦਾ ਹੋਵੇ ਤਾਂ ਸਮਝੋ ਸਹੀ ਹੈ। ਜਿਹਨੂੰ ਇੰਨੇ ਗੁਰੂਆਂ ਦਾ ਆਪਣੇ ਦਾ ਯਾਦ ਨਹੀਂ ਨਾਮ, ਉਹ ਸਮਝੋ ਕੱਚਾ ਹੈ। ਇਹ ਉਦਾਸੀ ਪਰਖ ਲੈਂਦੇ ਆ, ਤੇਰਾ ਗੁਰੂ ਕੌਣ ਸੀ, ਉਹਦਾ ਗੁਰੂ ਕੌਣ ਸੀ। ਜੇ ਉਹਦੀ ਜਾ ਕੇ ਸੰਗਲੀ ਬਾਬੇ ਸ੍ਰੀ ਚੰਦ ਨਾਲ ਨਹੀਂ ਜੁੜਦੀ ਤੇ ਕਹਿੰਦੇ ਐਵੇਂ ਹੀ ਹੈ। ਅਜੇ ਵੀ ਇਦਾਂ ਹੀ ਹੈ। ਸੋ ਉਦਾਸੀਆਂ ਦੇ ਵਿੱਚ ਉਹ 10 ਪਾਤਸ਼ਾਹਾਂ ਨੂੰ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਨੂੰ ਈਸ਼ਵਰ ਅਵਤਾਰ ਮੰਨਦੇ ਆ। ਉਹ ਕਹਿੰਦੇ ਉਹ ਤੇ ਅਵਤਾਰ ਨੇ, ਉਹ ਤੇ ਗੁਰੂਆਂ ਦੇ ਵੀ ਗੁਰੂ ਨੇ, ਪਰ ਉਹਨਾਂ ਦਾ ਇੱਕ ਉਸਤਾਦ ਹੁੰਦਾ, ਉਹਨੂੰ ਵੀ ਉਹ ਗੁਰੂ ਹੀ ਕਹਿੰਦੇ ਆ। ਮਹਾਦੇਵ ਤਿਸ ਕਾ ਗੁਰ ਬੋਲਾ। ਬਾਬੇ ਗੁਰਬਖਸ਼ ਜੀ ਦਾ ਗੁਰੂ ਸੀ ਮਹਾਦੇਵ। ਜੇ ਤੋਂ ਉਹਨੇ ਦੀਕਸ਼ਾ ਲਈ ਸੀ ਉਦਾਸੀ ਸੰਤ, ਉਹ ਕੋਲ ਖੜਾ ਸੀ। ਉਹਨੇ ਵੇਖਿਆ ਕਲਗੀਧਰ ਮੇਰੇ ਚੇਲੇ ਨੂੰ ਫਸਾਉਣ ਲੱਗੇ ਸੇਵਾ ਦੇ ਵਿੱਚ, ਤੇ ਉਹ ਵਿਚਾਰਾ ਬੋਲ ਪਿਆ, ਖਾਏ ਕਹਾਂ ਤੇ ਰਹੇ ਅਡੋਲਾ। ਕਹਿਣ ਲੱਗਾ ਸੱਚੇ ਪਾਤਸ਼ਾਹ ਜੀ, ਆ ਮੇਰੇ ਚੇਲੇ ਵਿਚਾਰੇ ਨੂੰ ਛੱਡਣ ਲੱਗੇ, ਉੱਥੇ ਕੀ ਖਾਏਗਾ? ਭੁੱਖ ਦੇ ਮਾਰੇ ਤੇ ਸਾਰੇ ਚੱਲੇ ਹੋ, ਅਸੀਂ ਵੀ ਚੱਲੇ ਆ, ਸਿੰਘ ਵੀ ਚੱਲੇ ਆ, ਤੇ ਇਹ ਵਿਚਾਰਾ ਮੇਰਾ ਚੇਲਾ ਇੱਥੇ ਕੀ ਖਾਏਗਾ? ਕਿਵੇਂ ਕੱਲਾ ਰਹੇਗਾ? ਅਡੋਲ ਕਿਵੇਂ ਰਹੇਗਾ? ਮਹਾਕੁਮਤ ਤਰ ਨੀਚ ਪਹਾੜੀ। ਕਿਉਂਕਿ ਇਹ ਜਿਹੜੇ ਪਹਾੜੀਏ ਨੇ, ਕੁਮਤੀਏ, ਭੈੜੀ ਮੱਤ ਵਾਲੇ, ਨੀਚ ਬਿਰਤੀ ਵਾਲੇ, ਕਰੈ ਬੈਰ ਪਛਾਤ ਤੁਮਾਰੀ। ਇਹ ਮਹਾਰਾਜ ਜਦੋਂ ਆਪ ਜੀ ਚਲੇ ਗਏ ਨਾ, ਇਹਨਾਂ ਨੇ ਸਾਨੂੰ ਇੱਥੇ ਰਹਿਣ ਥੋੜਾ ਦੇਣਾ। ਇਹਨਾਂ ਨੇ ਕੱਲੇ ਤੋਂ ਕੱਲੇ ਸਿੱਖ ਨੂੰ ਮਾਰ ਦੇਣਾ, ਵੈਰ ਕਰਨਗੇ। ਇਹ ਨੀਚ ਨੇ, ਪਹਾੜੀ ਰਾਜੇ। ਜੇ ਆਪ ਜੀ ਵਰਗੇ ਨੂੰ ਇੱਥੇ ਨਹੀਂ ਟਿਕਣ ਦਿੰਦੇ ਤੇ ਕੱਲੇ ਤੋਂ ਕੱਲੇ ਸਿੱਖ ਸਾਧ ਨੂੰ ਕਿੱਥੇ ਰਹਿਣ ਦੇਣਗੇ? ਭੋਜਨ ਚਾਹੀਏ ਨਿਤ ਪ੍ਰਤਿ ਖਾਣੇ। ਮਹਾਰਾਜ ਸੱਚੇ ਪਾਤਸ਼ਾਹ ਹੋਰ ਕੁਛ ਵੀ ਨਾ ਹੋਵੇ, 2 ਟਾਈਮ ਤੋਂ ਰੋਟੀਆਂ ਤੇ ਖਾਣੀਆਂ ਪੈਂਦੀਆਂ। ਭੋਜਨ ਤਾਂ ਹਰ ਇਨਸਾਨ, ਭਾਵੇਂ ਕੋਈ ਸਾਧ ਹੈ, ਭਾਵੇਂ ਕੋਈ ਗ੍ਰਸਤੀ ਹੈ, ਪ੍ਰਸ਼ਾਦਾ ਤਾਂ ਸਭ ਨੂੰ ਚਾਹੀਦਾ ਹੈ। ਤੁਮ ਬਿਨ ਹਮ ਕੋ ਕਉ ਨਾ ਜਾਣੇ। ਤੁਹਾਡੇ ਤੋਂ ਬਿਨਾਂ ਇਹਨਾਂ ਪਹਾੜਾਂ 'ਚ ਮਹਾਰਾਜ ਸਾਨੂੰ ਕੌਣ ਪੁੱਛੇਗਾ? ਤੁਹਾਡੇ ਤੋਂ ਬਿਨਾਂ ਗਰੀਬ ਨਵਾਜ਼ ਸਾਡੀ ਕੌਣ ਸਾਰ ਲਏਗਾ? ਤੁਸੀਂ ਮੇਰੇ ਚੇਲੇ ਨੂੰ ਇੱਥੇ ਛੱਡਣ ਲੱਗੇ ਹੋ, ਵਿਚਾਰਾ ਕੀ ਖਾਏਗਾ? ਕਹੈ ਕਹਾਂ ਰਾਵਰ ਸਭ ਜਾਣੇ। ਕੀ ਕਹੀਏ, ਆਪ ਜਾਣੀ ਜਾਣੋ। ਮੈਂ ਕੋਈ ਤੁਹਾਨੂੰ ਮਹਾਰਾਜ ਯਾਦ ਨਹੀਂ ਕਰਾ ਸਕਦਾ। ਆਪ ਨੂੰ ਪਤਾ ਹੀ ਹੈ ਕਿ ਵਿਚਾਰਾ ਚੇਲਾ ਮੇਰਾ ਗੁਰਬਖਸ਼ ਇਸ ਸਥਾਨ ਤੇ ਕਿਵੇਂ ਕੱਲਾ ਦਿਨ ਗੁਜ਼ਾਰੇਗਾ। ਸੇਵਹਿ ਨਿਤ ਕਰ ਦਿਓ ਠਿਕਾਣੇ। ਮਹਾਰਾਜ ਇਹ ਤੇ ਸੇਵਾ ਕਰ ਲੇਗਾ, ਪਰ ਇਹਦੇ ਖਾਣ ਪੀਣ ਦਾ ਕੋਈ ਟਿਕਾਣਾ ਬੰਦੋਬਸਤ ਕਰ ਦਿਓ। ਸੁਨ ਸ੍ਰੀ ਮੁਕਤੇ ਤਿਸੈ ਉਚਾਰਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਬਾਬੇ ਮਹਾਦੇਵ ਦੀ ਗੱਲ ਸੁਣ ਕੇ ਗੁਰਬਖਸ਼ ਵੱਲ ਦੇਖ ਕੇ ਉਹਦੇ ਮੋਢੇ ਤੇ ਹੱਥ ਧਰ ਲਿਆ
ਤੇ ਹੌਸਲਾ ਦਿੰਦੇ ਸਤਿਗੁਰੂ ਬੋਲੇ। ਇਹ ਸਾਚੋ ਹੈ ਗੁਰ ਦਰਬਾਰਾ। ਕਹਿਣ ਲੱਗੇ ਸੰਤ ਜੀ ਇਹ ਸੱਚੇ ਪਾਤਸ਼ਾਹ ਦਾ ਸੱਚਾ ਦਰਬਾਰ ਹੈ। ਇਹ ਉਸ ਮਾਲਕ ਦਾ ਦਰਬਾਰ ਹੈ ਜਿਸ ਨੇ ਧਰਮ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ, ਹਿੰਦੂ ਧਰਮ ਦੀ ਡੁੱਬਦੀ ਬੇੜੀ ਬੰਨੇ ਲਾਈ, ਇਹ ਦੇਸ਼ ਨੂੰ ਬਚਾਇਆ। ਜਿਹੜਾ ਪਾਤਸ਼ਾਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਸਤਿਗੁਰੂ ਤੇਗ ਬਹਾਦਰ ਸਾਹਿਬ, ਉਹਦਾ ਇਹ ਦਰਬਾਰ ਹੈ। ਹਾਂਜੀ, ਅੰਨ ਭਰੀ ਗਾਡੀ ਇਹ ਖਰੀ। ਇੱਕ ਗੱਡਾ ਹਰ ਵੇਲੇ ਇੱਥੇ ਅੰਨ ਦਾ ਭਰਿਆ ਖੜਾ ਰਿਹਾ ਕਰੇਗਾ। ਹਰ ਵੇਲੇ ਗੁਰੂ ਸਾਹਿਬ ਕਹਿੰਦੇ ਆ ਇੱਕ ਗੱਡਾ ਕਣਕ ਦਾ, ਚੌਲਾਂ ਦਾ, ਅਨਾਜ ਦਾ ਹਰ ਵੇਲੇ ਖੜਾ ਹੀ ਰਿਹਾ ਕਰੇਗਾ, ਆਇਆ ਹੀ ਕਰੇਗਾ। ਤੇ ਇੰਨਾ ਲੰਗਰ ਰੋਜ਼ ਪੱਕਿਆ ਕਰੇਗਾ, ਛਕੀ ਜਾਵੀਂ ਛਕਾਈ ਜਾਵੀਂ। ਹਾਂਜੀ, ਸੋ ਸੰਭਾਰ ਰੱਖੋ ਇਹੋ ਧਰੀ। ਤੇ ਇੱਕ ਗੱਡਾ ਮਹਾਰਾਜ ਨੇ ਅੰਨ ਦਾ ਉੱਥੇ ਉਹਨੂੰ ਦੇ ਵੀ ਦਿੱਤਾ। ਸਾਧ ਸੰਗਤ ਜੀ, ਸੰਧਿਆ ਸਮੇਂ ਸਦਾ ਗੁਰ ਦਰਸ਼ਨ। ਤੇ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਕਹਿੰਦੇ ਸ਼ਾਮ ਦੇ ਟਾਈਮ ਰਹਿ ਰਾਸਤਾ ਜਦੋਂ ਪਾਠ ਕਰਿਆ ਕਰੇਗਾ ਨਾ, ਸਾਡੇ ਸ਼ਸਤਰਾਂ ਦੇ ਦਰਸ਼ਨ ਕਰਿਆ ਕਰੇਗਾ, ਉਦੋਂ ਤੈਨੂੰ ਅਸੀਂ ਦਰਸ਼ਨ ਦਿਆ ਕਰਾਂਗੇ। ਇਹ ਬਚਨ ਸੱਤ ਹੈ। ਸਾਧ ਸੰਗਤ ਜੀ, ਤਖਤਾਂ ਦੇ ਉੱਤੇ ਰਹਿਣ ਵਾਲੇ ਗੁਰਸਿੱਖਾਂ ਦੀ ਆਸਥਾ ਹੈ, ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਹੈ, ਭਾਵੇਂ ਤਖਤ ਕੇਸਗੜ੍ਹ ਸਾਹਿਬ ਹੈ, ਭਾਵੇਂ ਤਖਤ ਪਟਨਾ ਸਾਹਿਬ ਹੈ, ਤਖਤ ਹਜ਼ੂਰ ਸਾਹਿਬ। ਜਦੋਂ ਤੁਸੀਂ ਜਾਓ ਸ਼ਾਮ ਨੂੰ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹੈ। ਗੁਰਸਿੱਖਾਂ ਦੀ ਮਾਨਤਾ ਹੈ, ਭਰੋਸਾ ਹੈ, ਵਿਸ਼ਵਾਸ ਹੈ ਕਿ ਜਦੋਂ ਸ਼ਸਤਰਾਂ ਦੇ ਦਰਸ਼ਨ ਹੁੰਦੇ ਆ ਉਹ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੁੰਦੇ ਆ, ਹਜ਼ੂਰ ਦੇ ਆਪਣੇ ਦਰਸ਼ਨ। ਮਹਾਰਾਜ ਕਹਿੰਦੇ ਸੰਤ ਜੀ ਤੁਹਾਨੂੰ ਸੰਧਿਆ ਸਮੇਂ ਦਰਸ਼ਨ ਦਿਆ ਕਰਾਂਗੇ। ਵਰਤ ਹੈ ਵਿੱਚ ਦੀਵਾਨ ਕੇ ਪਰਸਨ। ਦੀਵਾਨ ਦੇ ਵਿੱਚ ਜਦੋਂ ਤੁਸੀਂ ਰਹਿ ਰਾਸ ਦਾ ਪਾਠ ਕਰਿਆ ਕਰੋਗੇ ਮਹਾਂਪੁਰਸ਼ੋ, ਉਦੋਂ ਵਰਤਿਆ ਕਰਾਂਗੇ, ਵਿੱਚ ਆ ਕੇ ਪਾਠ ਸੁਣਿਆ ਕਰਾਂਗੇ ਤੇ ਦਰਸ਼ਨ ਦਿਆ ਕਰਾਂਗੇ। ਕਿਸ ਪ੍ਰਕਾਰ ਹੋਇਆ ਕਮੀ ਨ ਕਾਈ। ਇਹ ਸ੍ਰੀ ਅਨੰਦਪੁਰ ਸਾਹਿਬ ਬੜਾ ਵਸੇਗਾ, ਆਨੰਦ ਹੀ ਆਨੰਦ ਹੋਵੇਗਾ, ਇੱਥੇ ਕੋਈ ਕਮੀ ਨਹੀਂ ਰਹੇਗੀ। ਨਿਸ ਦਿਨ ਹਮ ਤੁਮ ਹੋਏ ਸਹਾਈ। ਅਸੀਂ ਦਿਨ ਰਾਤ ਤੇਰੀ ਸਹਾਇਤਾ ਤੇ ਰਹਾਂਗੇ ਸੰਤ ਜੀ, ਤੇਰੇ ਨਾਲ ਰਹਾਂਗੇ। ਨਹਿ ਕਿਮ ਗਮੀ ਕਰੋ ਮਨ ਮਾਹੀ। ਮਨ ਵਿੱਚ ਕੋਈ ਚਿੰਤਾ ਨਹੀਂ, ਗਮੀ ਨਹੀਂ ਕਰਨੀ, ਉਦਾਸ ਨਹੀਂ ਹੋਣਾ, ਡਰਨਾ ਨਹੀਂ ਕਿਸੇ ਤੋਂ। ਇਸ ਥਲ ਕਮੀ ਹੋਏ ਕਿਮ ਨਾਹੀ। ਇਹ ਅਨੰਦਪੁਰ ਸਾਹਿਬ ਆਨੰਦਾਂ ਦੀ ਪੁਰੀ ਹੈ, ਇੱਥੇ ਕਦੀ ਕੋਈ ਕਮੀ ਨਹੀਂ ਆਵੇਗੀ। ਇਤਿਆਦਿਕ ਕਹਿ ਧੀਰਜ ਦੀਨੀ। ਇਸ ਪ੍ਰਕਾਰ ਕਹਿ ਕੇ ਸਤਿਗੁਰੂ ਕਲਗੀਧਰ ਜੀ ਨੇ ਸੰਤ ਬਾਬਾ ਗੁਰਬਖਸ਼ ਜੀ ਉਦਾਸੀ ਸੰਤਾਂ ਨੂੰ ਧੀਰਜ ਦਿੱਤਾ ਹੈ। ਤਬ ਤਿਨ ਸੁਨ ਪਦ ਬੰਧਨ ਕੀਨੀ। ਔਰ ਸੰਤ ਨੇ ਵੀ ਮਹਾਰਾਜ ਦੇ ਬਚਨ ਸੁਣ ਕੇ ਚਰਨਾਂ ਤੇ ਮੱਥਾ ਟੇਕਿਆ। ਰਹਿਓ ਧੀਰ ਧਰ ਗੁਰ ਬਚ ਮਾਨੇ। ਧੀਰਜ ਕਰਕੇ, ਹੌਸਲਾ ਕਰਕੇ ਗੁਰੂ ਸਾਹਿਬ ਜੀ ਦੇ ਬਚਨ ਮੰਨ ਕੇ ਰਹਿ ਗਿਆ। ਦੇਖੋ ਕਿੱਡਾ ਵੱਡਾ ਉਹਦਾ ਵੀ ਹੌਸਲਾ ਹੋਣਾ, ਗੁਰੂ ਬਚਨਾਂ ਤੇ ਉਹਦਾ ਕਿੰਨਾ ਵਿਸ਼ਵਾਸ ਹੋਣਾ। ਸਾਧ ਸੰਗਤ ਜੀ, ਅੱਜ ਅਸੀਂ ਉਹਨਾਂ ਉਦਾਸੀ ਸਾਧਾਂ ਨੂੰ ਧੱਕੇ ਮਾਰ ਕੇ ਪੰਥ ਚੋਂ ਬਾਹਰ ਕੱਢ ਦਿੱਤਾ। ਠੀਕ ਹੈ ਵੀ 2% ਗਲਤ ਹੋਣਗੇ, 4% ਗਲਤ ਹੋਣਗੇ, ਸਾਰੇ ਮਾੜੇ ਨਹੀਂ ਹੋਇਆ ਕਰਦੇ। ਬੜੇ ਬੜੇ ਵਿਦਵਾਨ ਅੱਜ ਵੀ ਉਦਾਸੀ ਸੰਪਰਦਾ 'ਚ ਬੈਠੇ ਤੁਰੰਤਰ ਤੋਂ ਤੁਰੰਤਰ ਵਿਦਵਾਨ ਹਨ। ਜੇ ਕਿਸੇ ਦੂਜੇ ਮਤ ਦਾ ਕੋਈ ਪੜ੍ਹਿਆ ਲਿਖਿਆ ਪੰਡਿਤ ਗੁਰਬਾਣੀ ਤੇ ਸ਼ੰਕਾ ਕਰੇ ਤਾਂ ਜਵਾਬ ਉਦਾਸੀ ਦੇ ਸਕਦੇ ਆ ਜਾਂ ਨਿਰਮਲੇ ਦੇ ਸਕਦੇ ਆ। ਸਾਡੇ ਪ੍ਰੋਫੈਸਰ ਜਿਹੜੇ ਨੇ ਇੱਕਦਮ ਪੂਛ ਲੈ ਕੇ ਨਾ ਦੌੜ ਜਾਂਦੇ, ਉੱਥੇ ਬੋਲ ਵੀ ਨਹੀਂ ਸਕਦੇ, ਕਿਉਂਕਿ ਜਦੋਂ ਕਾਸ਼ੀ ਦੇ ਪੰਡਤਾਂ ਦੇ ਸਵਾਲ ਆਉਂਦੇ ਰਾਮ ਅਰਜਨ ਦੇ ਤੀਰਾਂ ਤਰ੍ਹਾਂ, ਉਹਨਾਂ ਦਾ ਜਵਾਬ ਦੇਣਾ ਬੜਾ ਔਖਾ ਹੈ। ਉਦਾਸੀ ਜਾਂ ਨਿਰਮਲੇ ਹੀ ਦਿੰਦੇ ਆ ਉੱਥੇ। ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਜਿਨ੍ਹਾਂ ਨੇ ਨਿਆਇ ਸ਼ਾਸਤਰ ਪੜ੍ਹਿਆ ਹੋਵੇ, ਜਿਨ੍ਹਾਂ ਨੇ ਵੇਦਾਂਤ ਪੜ੍ਹਿਆ ਹੋਵੇ, ਵਿਸ਼ੇਸ਼ਕ ਪੜ੍ਹਿਆ ਹੋਵੇ, ਮੀਮਾਂਸਾ ਪੜ੍ਹਿਆ ਹੋਵੇ, ਉਸ ਵੇਲੇ ਸਾਧ ਸੰਗਤ ਜੀ ਉਹਨਾਂ ਦੀ ਲੋੜ ਪੈਂਦੀ ਹੈ। ਸੋ ਪਿਆਰਿਓ ਖਾਲਸਾ ਜੀ, ਉਹ ਉਦਾਸੀ ਸੰਤ ਕੈਸਾ ਨਿਸ਼ਚੇ ਵਾਲਾ ਸੀਗਾ। ਉਸ ਨੇ ਮਹਾਰਾਜ ਦਾ ਬਚਨ ਮੰਨਿਆ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਕੱਲਾ ਹੀ ਰਹਿ ਗਿਆ। ਹਾਂਜੀ, ਪ੍ਰਭੂ ਪ੍ਰਕਰਮਾ ਕਰਤ ਪਿਆਨੇ। ਸ੍ਰੀ ਕਲਗੀਧਰ ਜੀ ਨੇ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੀਆਂ ਆਖਰੀ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਜਕਾਰਾ ਵਜਾ ਕੇ ਬਾਹਰ ਨਿਕਲੇ। ਸਜਿਓ ਤਰੰਗਮ ਤਤਸ਼ਿਨ ਆਇਓ। ਨੇੜੇ ਹੀ ਗੁਰੂ ਕੇ ਮਹਿਲ ਗੁਰਦੁਆਰਾ ਹੈ, ਉੱਥੇ ਮਹਾਰਾਜ ਦਾ ਘਰ ਸੀਗਾ। ਸਾਰੇ ਪਾਸੇ ਅਖੀਰਲੀ ਨਿਗਾਹ ਮਾਰੀ, ਇੰਨੇ ਨੂੰ ਬੜਾ ਹੀ ਸੋਹਣਾ ਸਤਿਗੁਰਾਂ ਦਾ ਸਜਿਆ ਧਜਿਆ ਘੋੜਾ ਆ ਗਿਆ। ਭਏ ਅਰੂਢਨ ਚਲਨੋ ਪਾਇਓ। ਮਹਾਰਾਜ ਆਪਣੇ ਘੋੜੇ ਤੇ ਸਵਾਰ ਹੋ ਕੇ
ਜਦੋਂ ਮਹਾਰਾਜ ਘੋੜੇ ਦੇ ਉੱਤੇ ਬੈਠੇ ਤੇ ਸਾਰੀਆਂ ਫੌਜਾਂ ਤਿਆਰ ਬਰ ਤਿਆਰ ਘੋੜਿਆਂ ਤੇ ਪਲਾਕੀਆਂ ਮਾਰ ਕੇ ਸਵਾਰ ਹੋ ਗਈਆਂ। ਦਇਆ ਸਿੰਘ ਆਲਮ ਸਿੰਘ ਸਾਥ, ਭਾਈ ਸਾਹਿਬ ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਸਾਹਿਬ ਭਾਈ ਆਲਮ ਸਿੰਘ ਜੀ ਨਾਲ ਹਨ। ਉਦੈ ਸਿੰਘ ਆਗੇ ਚਲਨਾਥ, ਭਾਈ ਉਦੈ ਸਿੰਘ ਜੀ ਸਤਿਗੁਰਾਂ ਤੋਂ ਅੱਗੇ ਘੋੜਾ ਕਰ ਲਿਆ, ਕਿਉਂਕਿ ਗੁਰੂ ਸਾਹਿਬ ਦੇ ਅੱਗੇ ਵੀ ਫੌਜ ਚਾਹੀਦੀ ਤਿਆਰ ਬਰ ਤਿਆਰ ਨਿਗਾਹ ਕਰਨ ਵਾਸਤੇ। ਭਾਈ ਉਦੈ ਸਿੰਘ ਜਰਨਲ ਸੀ ਸਾਰੀ ਫੌਜ ਦੇ ਵੱਡੇ ਜਰਨੈਲ, ਉਹਨਾਂ ਨੇ ਆਪਣੇ ਘੋੜੇ ਨੂੰ ਹਜੂਰ ਤੋਂ ਅੱਗੇ ਕਰ ਲਿਆ। ਆਲਮ ਸਿੰਘ ਨੇ ਖੱਬੇ ਪਾਸੇ ਤੇ ਦਇਆ ਸਿੰਘ ਸੱਜੇ ਪਾਸੇ। ਮਹਾਰਾਜ ਦੇ ਸੱਜੇ ਖੱਬੇ ਭਾਈ ਆਲਮ ਸਿੰਘ ਤੇ ਦਇਆ ਸਿੰਘ ਜੀ ਹੋ ਗਏ। ਮੁਕਤੇ ਸਿੰਘ ਬਾਮ ਦਿਸ਼ ਚਲੇ, ਮੁਕਤੇ ਜਿਹੜੇ ਹਨ ਭਾਈ ਦੇਵਾ ਸਿੰਘ, ਈਸ਼ਰ ਸਿੰਘ, ਟਹਿਲ ਸਿੰਘ, ਇਹ ਖੱਬੇ ਪਾਸੇ ਮਹਾਰਾਜ ਦੇ ਖੱਬੇ ਪਾਸੇ ਚੱਲ ਪਏ ਪੰਜੇ ਘੋੜਿਆਂ ਤੇ ਸਵਾਰ ਹੋ ਕੇ। ਮੋਹਕਮ ਸਿੰਘ ਸਾਹਿਬ ਸਿੰਘ ਭਲੇ, ਪੰਜਾਂ ਪਿਆਰਿਆਂ ਚੋਂ ਭਾਈ ਮੋਹਕਮ ਸਿੰਘ ਸਾਹਿਬ ਸਿੰਘ ਜੀ ਨਾਲ ਚੱਲ ਪਏ। ਪ੍ਰਭ ਕੇ ਦਾਹਨ ਪਾਸੇ ਹੋਏ, ਇਹ ਸੱਜੇ ਪਾਸੇ ਤੇ ਮੁਕਤੇ ਖੱਬੇ ਪਾਸੇ, ਉਦੈ ਸਿੰਘ ਅਗਲੇ ਪਾਸੇ ਘੋੜੇ ਤੇ ਸਵਾਰ ਹੋਇਆ। ਪਿੱਛੇ ਚਲੇ ਸਿੰਘ ਸਭ ਕੋਏ, ਪਿੱਛੇ ਹੋਰ ਬੇਅੰਤ ਫੌਜਾਂ ਤਿਆਰ ਬਰ ਤਿਆਰ ਮਹਾਰਾਜ ਦੇ ਚੱਲ ਪਈਆਂ। ਸਤਿਗੁਰ ਕੋਲੇ ਬੀਚ ਪਿਆਨੇ, ਗੁਰੂ ਸਾਹਿਬ ਨੂੰ ਵਿੱਚ ਕਰ ਲਿਆ, ਕਿਉਂਕਿ ਮਹਾਰਾਜ ਦਾ ਘੋੜਾ ਵਿੱਚ ਰਵੇ। ਕੁਝ ਘੋੜੇ ਸਿੰਘਾਂ ਦੇ ਅੱਗੇ ਕਰ ਦਿੱਤੇ ਗਏ ਭਾਈ ਉਦੈ ਸਿੰਘ ਜਰਨਲ ਦੇ ਨਾਲ, ਤੇ ਕੁਝ ਪਿੱਛੇ ਰਹਿ ਗਏ। ਆਲੇ ਦੁਆਲੇ ਮੁਕਤੇ ਤੇ ਪੰਜ ਪਿਆਰੇ ਉਹ ਮਹਾਰਾਜ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਸਜਾ ਕੇ ਚੱਲੇ ਹਨ। ਚੜਿਓ ਅਜੀਤ ਸਿੰਘ ਧਨ ਪਾਨੇ, ਗੁਰੂ ਸਾਹਿਬ ਜੀ ਤੋਂ 10 ਕਦਮ ਪਿੱਛੇ ਬਾਬਾ ਅਜੀਤ ਸਿੰਘ ਸਾਹਿਬ ਜੀ ਵੱਡੇ ਸਾਹਿਬਜ਼ਾਦੇ ਪੂਰੇ ਸ਼ਸਤਰਾਂ ਨਾਲ ਲੈਸ ਹੋਏ ਘੋੜੇ ਤੇ ਚੜੇ ਹਨ। ਜੋਰਾਵਰ ਸਿੰਘ ਦੂਸਰ ਨੰਦ, ਦੂਜੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਉਹ ਵੀ ਤਿਆਰ ਬਰ ਤਿਆਰ ਹੋ ਕੇ ਨਾਲ ਚੜੇ ਹਨ। ਚਲੇ ਪਿਤਾ ਪਛਾਤ ਅਮੰਦ, ਪਿਤਾ ਜੀ ਦੇ ਪਿੱਛੇ ਪਿੱਛੇ ਉਹ ਵੀ ਚੜ ਪਏ ਹਨ। ਹਿੰਮਤ ਸਿੰਘ ਆਦਿਕ ਸਿੱਖ ਕਨੇ, ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਭਾਈ ਨਾਰ ਸਿੰਘ ਜੀ, ਭਾਈ ਸ਼ੇਰ ਸਿੰਘ ਜੀ, ਇਹ ਸਾਰੇ ਮਾਝੇ ਦੇ ਸਿੰਘ ਸਨ। ਸਾਧ ਸੰਗਤ ਜੀ, ਇਹ ਸਾਰੇ ਸਿੰਘ ਮਝੈਲ ਵੀ ਪਿੱਛੇ ਤਿਆਰ ਬਰ ਤਿਆਰ ਹੋ ਕੇ ਤੁਰ ਪਏ। ਧਨਿਕ ਤੁਫੰਗ ਅੰਗ ਤਰ ਬਨੇ, ਔਰ ਹੱਥ ਵਿੱਚ ਬੰਦੂਕਾਂ, ਤੀਰ ਕਮਾਨ, ਬਰਛੇ, ਢਾਲਾਂ, ਤਲਵਾਰਾਂ, ਇਹ ਸਾਰੇ ਕੋਈ ਮਾਝੇ ਦੇ ਸਿੰਘ, ਕੋਈ ਦੁਆਬੇ ਦੇ, ਕੋਈ ਪੋਠੋਹਾਰ ਦੇ, ਕੋਈ ਲੰਮੇ ਦੇਸ਼ ਦੇ, ਕੋਈ ਧੰਨੀ ਘੇਪ ਦੇ, ਤੇ ਕੋਈ ਪਟਨੇ ਬਿਹਾਰ ਦੇ ਵੀ ਸਿੰਘ ਸਨ। ਮਹਾਰਾਜ ਦੇ ਕੋਲ ਫੌਜਾਂ ਬਹੁਤ ਦੂਰੋਂ ਦੂਰੋਂ ਆ ਕੇ ਭਰਤੀ ਹੋਈਆਂ। ਉਹ ਸਾਰੇ ਸਿੰਘ ਮਹਾਰਾਜ ਦੇ ਨਾਲ ਅੱਗੇ ਪਿੱਛੇ ਸਭ ਤਿਆਰ ਬਰ ਤਿਆਰ, ਮਾਝਾ ਮਾਲਵਾ ਦੁਆਬਾ ਸਾਰਾ ਹੀ ਪੰਜਾਬ ਸਜਿਆ ਧਰਿਆ ਸਿੰਘਾਂ ਦਾ ਦਲ ਅੱਗੇ ਪਿੱਛੇ ਸਵਾਰ ਹੋ ਗਿਆ। ਤੋੜੇ ਸੁਲਗਤ ਕਿਸੇ ਦੁਗਾੜੇ, ਬੰਦੂਕਾਂ ਦੇ ਸਾਧ ਸੰਗਤ ਜੀ ਤੋੜੇ ਸੁਲਗ ਰਹੇ ਨੇ। ਦੁਗਾੜੇ ਦੋ ਨਾਲੀਆਂ ਬੰਦੂਕਾਂ ਨੂੰ ਦੁਗਾੜਾ ਕਹਿੰਦੇ ਨੇ। ਇੱਕ ਨਾਲੀ, ਦੋ ਨਾਲੀ ਬੰਦੂਕਾਂ ਸਿੰਘਾਂ ਨੇ ਤਿਆਰ ਕਰ ਲਈਆਂ। ਉਹਨਾਂ ਦੇ ਤੋੜੇ ਸੁਲਗਾ ਲਏ ਵੀ ਜੇ ਲੋੜ ਪਏ ਤੇ ਇੱਕਦਮ ਤਿਆਰੀ ਗੋਲੀ ਚਲਾਈ ਜਾ ਸਕੇ। ਜੜੇ ਕਲਾ ਪਰ ਮੋੜਤ ਝਾੜੇ, ਆ ਬੰਦੂਕਾਂ ਦੇ ਜਿਹੜੇ ਤੋੜੇ ਹਨ ਤੁਖਾ ਲਏ ਤੇ ਉਹਨਾਂ ਨੂੰ ਕਲਾ ਉੱਤੇ ਜੜਦੇ ਆ। ਪੱਥਰ ਕਲਾ ਜਿਹੜੀ ਬੰਦੂਕ ਹੁੰਦੀ ਨਾ, ਉਹ ਪੱਥਰ ਦੇ ਨਾਲ ਟੋਪੀ ਉੱਤੇ ਮਾਰਦੇ, ਚੋਂ ਚਿੰਗਾਰੀ ਨਿਕਲਦੀ, ਉਹ ਜਾ ਕੇ ਬਰੂਦ ਨੂੰ ਲੱਗਦੀ ਹੈ। ਬਰੂਦ ਭਬਕ ਮਾਰਦਾ ਤੇ ਗੋਲੀ ਨੂੰ ਅੱਗੇ ਧੱਕ ਕੇ ਲੈ ਜਾਂਦਾ ਹੈ। ਲਈ ਬਰੂਦ ਜਮਾਏ ਪਲੀਤੇ, ਬਰੂਦ ਵਿੱਚ ਪਾ ਕੇ ਤੇ ਉੱਤੇ ਗੋਲੀ ਠੋਕ ਕੇ ਸਿੰਘਾਂ ਨੇ ਬੰਦੂਕਾਂ ਪੱਕੀ ਤਿਆਰ ਕਰ ਲਈਆਂ। ਕਿਨ ਸਰਪੋਸ ਉਘਾੜਨ ਕੀਤੇ, ਕਿਸੇ ਨੇ ਬੰਦੂਕ ਦਾ ਸਰਪੋਸ ਉਘਾੜ ਲਿਆ, ਖੋਲ ਲਏ ਹਨ ਉੱਪਰੋਂ। ਏਤਕ ਖਰਚਨ ਤੀਰਨ ਭਾਰ, ਕਈਆਂ ਖੱਚਰਾਂ ਦੇ ਉੱਤੇ, ਜਿਹੜੀਆਂ ਖੱਚਰਾਂ ਹੁੰਦੀਆਂ ਨੇ ਘੋੜਿਆਂ ਦੇ ਨਾਲ ਛੋਟੀਆਂ, ਉਹਨਾਂ ਖੱਚਰਾਂ ਦੇ ਉੱਤੇ ਪੰਡਾਂ ਤੀਰਾਂ ਦੀਆਂ ਲੱਦ ਲਈਆਂ ਹਨ। ਭਾਰ ਤੀਰਾਂ ਦੇ ਲੱਦ ਲਏ ਹਨ। ਲਾਦ ਲਈ ਝਾਲੀ ਪ੍ਰਭਲਾ, ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਸਾਰਾ ਅਸਲਾ ਖੱਚਰਾਂ ਤੇ ਲੱਦ ਕੇ ਤੋਰੋ ਨਾਲ। ਕੋਈ ਘੋੜਿਆਂ ਤੇ ਲੱਦ ਲਿਆ, ਕੋਈ ਖੱਚਰਾਂ ਦੇ, ਕੋਈ ਸਿੰਘਾਂ ਨੇ ਆਪਣੇ 2-2 4-4 ਬੰਦੂਕਾਂ ਦੇ ਆਪਣੇ ਕਮਰ ਕਸੇ 'ਚ ਪਾ ਲੈਂਦੇ ਸੀ ਸਿੰਘ। ਯਾਨੀ ਮਣ ਲੋਹਾ ਤਾਂ ਸਿੰਘਾਂ ਨੇ ਆਪ ਚੁੱਕ ਲਿਆ ਤੇ ਬਾਕੀ ਖੱਚਰਾਂ ਤੇ ਤੀਰਾਂ ਦੇ ਭਾਰ ਲੱਦ ਲਏ। ਪਨੀਰ ਸੇ ਕਪਰੇ ਕਰ ਖਰੇ, ਫਣੀਅਰ ਨਾਗ ਵਰਗੇ ਫੂਕਦੇ ਸ਼ੰਕਾਟੇ ਮਾਰਦੇ ਜਾਣ ਵਾਲੇ 4-4 ਉਂਗਲ ਚੌੜੇ ਤੀਰ ਖੱਪਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਭੱਥੇ 'ਚ ਭਰ ਲਏ। ਸੇਲੇ ਤੋਮਰ ਸੰਗਨ ਧਰੇ, ਸੇਲੇ, ਪਰਛੇ, ਸਾਂਗਾਂ, ਲੋਹੇ ਦੀਆਂ ਭਾਂਤ ਦੇ ਸ਼ਸਤਰ ਗੁਰੂ ਸਾਹਿਬ ਜੀ ਨੇ। ਸਾਧ ਸੰਗਤ ਜੀ, ਜਿਹੜੇ ਸ਼ਸਤਰ ਸੀ ਅੱਜ ਕੱਲ੍ਹ ਤਾਂ ਤੁਸੀਂ ਉਹ ਸ਼ਸਤਰਾਂ ਦੇ ਦਰਸ਼ਨ ਕਰਨੇ ਵੀ ਦੁਰਲਭ ਹਨ। ਸਿਰਫ ਕਦੀ ਕਦੀ ਦਰਸ਼ਨ ਹੁੰਦੇ। ਸੱਚਖੰਡ ਹਜੂਰ ਸਾਹਿਬ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਬਾਹਰ ਆਉਂਦੇ ਸ਼ਸਤਰ, ਉਹ ਤੁਸੀਂ ਦਰਸ਼ਨ ਕਰ ਲਓ। ਥੋੜੇ ਹੀ ਉਹ ਵੀ 800-900 ਸ਼ਸਤਰ ਹੈ ਜਿਹੜਾ ਮਹਾਰਾਜ ਦੇ ਕਮਰ ਕੱਸੇ ਦਾ ਬਚਿਆ ਹੈ।
ਬਾਕੀ ਹਜ਼ਾਰਾਂ ਦੀ ਤਦਾਦ ਵਿੱਚ ਸ਼ਸਤਰ ਸਨ। ਹਜੂਰ ਦੇ ਖਜ਼ਾਨੇ ਦੇ ਲੱਖਾਂ ਸ਼ਸਤਰ ਸਨ ਔਰ ਇੱਕ ਇੱਕ ਸ਼ਸਤਰ ਤੇ ਉਸ ਜ਼ਮਾਨੇ 'ਚ ਹਜ਼ਾਰਾਂ ਰੁਪਈਆ ਲੱਗਾ ਸੀ। ਜਿਹੜਾ ਬਰਛਾ ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰੇ ਨਾ ਹਾਥੀ ਦੇ ਸਿਰ ਵਿੱਚ, 2 ਬਰਛੇ ਤੇ 1 ਤਲਵਾਰ, ਇਹ 3 ਸ਼ਸਤਰ ਈਰਾਨ ਤੋਂ ਬਣੇ ਸਨ। 2 ਬਰਛੇ, ਇੱਕ ਉਹਦੇ ਸਿੰਘ ਨੂੰ ਦਿੱਤਾ ਸੀ ਬਰਛਾ ਤੇ 1 ਤਲਵਾਰ ਦਿੱਤੀ ਸੀ ਕੇਸਰੀ ਚੰਦ ਦਾ ਸਿਰ ਵੱਢਣ ਲਈ, ਤੇ 1 ਬਰਛਾ ਦਿੱਤਾ ਸੀ ਬਚਿੱਤਰ ਸਿੰਘ ਨੂੰ ਹਾਥੀ ਨੂੰ ਮਾਰਨ ਲਈ। 2 ਬਰਛੇ 1 ਤਲਵਾਰ, 17,000 ਰੁਪਈਆ ਉਸ ਜ਼ਮਾਨੇ 'ਚ ਲੱਗਾ ਸੀਗਾ। 17,000 ਉਸ ਜ਼ਮਾਨੇ, ਅੱਜ ਤੇ 17 ਕਰੋੜ ਵੀ ਕਹਿ ਲਓ ਤੇ ਤਾਂ ਨਹੀਂ ਚੀਜ਼ ਬਣਦੀ। ਉਹ ਸ਼ਸਤਰ ਮਹਾਰਾਜ ਦੇ ਕੋਲ ਸਨ ਬੇਸ਼ਕੀਮਤੀ। ਜਿਹੜੀ ਗਾਤਰੇ ਅੱਜ ਤਲਵਾਰ ਪਾਈ ਸੀ ਮਹਾਰਾਜ ਨੇ ਚੜ੍ਹਨ ਵੇਲੇ ਜੰਗ ਨੂੰ, ਉਹ ਜਨੇਵਾ ਇਟਲੀ ਦੀ ਬਣੀ ਹੋਈ ਸੀ, ਤੇ ਸਾਧ ਸੰਗਤ ਜੀ ਉਹਦੇ ਉੱਤੇ ਅਜੇ ਵੀ ਜਨੇਵਾ ਲਿਖਿਆ ਹੋਇਆ। ਤੇ ਜਿਹੜੀ ਰਾਏ ਕੱਲਾ ਹੈ ਉਹਦੇ ਪਰਿਵਾਰ ਦੇ ਵਿੱਚ ਉਹ ਤਲਵਾਰ ਮੌਜੂਦ ਹੈ ਹੁਣ ਵੀ। ਰਾਏ ਕੱਲੇ ਨੂੰ ਮਹਾਰਾਜ ਨੇ ਦਿੱਤੀ ਸੀ 10ਵੇਂ ਪਾਤਸ਼ਾਹ ਨੇ ਤਲਵਾਰ। ਇਹੋ ਜਿਹੇ ਕੀਮਤੀ ਸ਼ਸਤਰਾਂ ਨਾਲ ਸੱਜ ਕੇ ਹਜੂਰ ਚੜ੍ਹੇ। ਸਨੇ ਸਨੇ ਗਮਨੇ ਮਗ ਬੀਚ। ਮਹਾਰਾਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਫੌਜਾਂ ਸਮੇਤ ਹੌਲੇ ਹੌਲੇ ਆਲੇ ਦੁਆਲੇ ਨਿਗਰਾਨੀ ਕਰ ਰਹੇ ਨੇ ਵੀ ਤਾਂ ਕਿ ਵਹੀਰ ਦੂਰ ਲੰਘ ਜਾਵੇ ਤੇ ਲੋੜ ਪਵੇ ਤੇ ਅਸੀਂ ਪਿੱਛੇ ਦੁਸ਼ਮਣ ਨੂੰ ਰੋਕ ਸਕੀਏ। ਤੇ ਮਹਾਰਾਜ ਇਸ ਤਰ੍ਹਾਂ ਤੁਰ ਪਏ ਨੇ। ਦੂਰ ਖਰੇ ਪਿਕ ਊਰਚ ਨੀਚ। ਔਰ ਦੂਰੋਂ ਖੜ ਕੇ ਉੱਚਾ ਨੀਵਾਂ ਪਹਾੜੀਆਂ ਦਾ ਜਾਇਜ਼ਾ ਵੀ ਲੈਂਦੇ ਆ ਵੀ ਕਿੱਥੇ ਦੁਸ਼ਮਣ ਹਮਲਾ ਕਰ। ਸਿੰਘਾਂ ਨੂੰ ਪਹਿਲਾਂ ਮਹਾਰਾਜ ਨੇ ਸੁਚੇਤ ਕੀਤਾ ਵੀ ਫਲਾਣੀ ਜਗ੍ਹਾ ਤੋਂ ਦੁਸ਼ਮਣ ਦਾ ਜ਼ੋਰ ਪੈ ਸਕਦਾ, ਫਲਾਣੀ ਥਾਂ ਤੋਂ ਆਪਾਂ ਬਚਾਅ ਕਰ ਸਕਦੇ ਹਾਂ। ਕਿਉਂਕਿ ਆਨੰਦਪੁਰ ਤੋਂ ਲੈ ਕੇ ਰੋਪੜ ਤੱਕ ਦਾ ਮਹਾਰਾਜ ਦੇ ਪੈਰ ਮਿਣੇ ਹੋਏ ਸੀ ਨਾ, ਜ਼ਮੀਨ ਮਿਣੀ ਹੋਈ ਸੀ ਵੀ ਕਿੱਥੇ ਕੀ ਹੈ। ਸਾਰਾ ਗੁਰੂ ਸਾਹਿਬ ਨੂੰ ਪਤਾ ਸੀਗਾ, ਸਿੰਘਾਂ ਨੂੰ ਵੀ ਪਤਾ ਸੀਗਾ। ਸਾਰੇ ਪੈਂਤਲੇ ਮੋਰਚੇ ਜੰਗ ਦੇ ਕਲਗੀਧਰ ਪਾਤਸ਼ਾਹ ਸਿੰਘਾਂ ਨੂੰ ਸਮਝਾਈ ਜਾਂਦੇ ਤੇ ਤੁਰੀ ਜਾਂਦੇ। ਕੇਤਕ ਕੋਸ ਪ੍ਰਭੂ ਪ੍ਰਥਾਨੇ। ਸਾਧ ਸੰਗਤ ਜੀ ਪਰ ਕਦਮ ਡਾਢੇ ਪਟਦੇ ਹੋਏ ਕਈ ਕੋਹ ਗੁਰੂ ਜੀ ਲੰਘ ਕੇ ਘੋੜਾ ਪੋਈਏ ਪਾਇਆ ਹੋਇਆ ਹੈ। ਅੰਧ ਪੈ ਰਿਪ ਨਾਹੇ ਨਾ ਜਾਣੇ। ਦੁਸ਼ਮਣ ਅੰਨਾ ਹੀ ਹੋ ਗਿਆ, ਸੁੱਤਿਆਂ ਨੂੰ ਪਤਾ ਹੀ ਨਹੀਂ ਲੱਗਾ ਗੁਰੂ ਸਾਹਿਬ ਕਿੱਥੇ ਪਹੁੰਚ ਗਏ ਹੈ। ਕਰੇ ਪ੍ਰਤੀਖਨ ਨਿਕਸੈ ਜਬੈ। ਦੁਸ਼ਮਣ ਉਡੀਕਦੇ ਹੀ ਰਹਿ ਗਏ ਵੀ ਗੁਰੂ ਗੋਬਿੰਦ ਸਿੰਘ ਨਿਕਲੇਗਾ, ਤੇ ਮਹਾਰਾਜ ਨਿਕਲ ਵੀ ਗਏ। ਹਾਂਜੀ, ਘੇਰ ਗੁਰੂ ਕੋ ਗਹਿ ਲਿਓ ਤਬੈ। ਆਪਸ ਵਿੱਚ ਸਲਾਹਾਂ ਕਰਦੇ ਕਰਦੇ ਉਹਨੂੰ ਨੀਂਦ ਆ ਗਈ ਵੀ ਜੇ ਗੁਰੂ ਗੋਬਿੰਦ ਸਿੰਘ ਨਿਕਲੇਗਾ ਆਪਾਂ ਘੇਰ ਕੇ ਪਕੜ ਲਵਾਂਗੇ, ਜਿਉਂਦਾ ਫੜ ਕੇ ਲੈ ਜਾਣਾ। ਕਹਿੰਦੇ ਔਰੰਗਜ਼ੇਬ ਦੇ ਕੋਲ ਰਾਮ ਕਨੋਲੇ ਲਗ ਚਲ ਆਏ। ਸਾਧ ਸੰਗਤ ਜੀ ਪਿੰਡ ਘਨੌਲਾ, ਰਾਮ ਘਨੌਲਾ ਆਉਂਦਾ ਨਾ, ਘਨੌਲੀ ਘਨੌਲਾ ਸਟੇਸ਼ਨ ਵੀ ਪੈਂਦਾ, ਭਰਤਗੜ੍ਹ, ਘਨੌਲਾ, ਘਨੌਲੀ, ਕੀਰਤਪੁਰ, ਇਹ ਰਸਤੇ ਦੇ ਛੋਟੇ ਸਟੇਸ਼ਨ ਪੈਂਦੇ। ਘਨੌਲੇ ਤੱਕ ਜਦੋਂ ਮਹਾਰਾਜ ਆ ਗਏ, ਸਿੰਘ ਪੰਜ ਸਹਿ ਗੋਲ ਬਣਾਏ। 500 ਸਿੰਘਾਂ ਦਾ ਜਥਾ ਮਹਾਰਾਜ ਦੇ ਆਲੇ ਦੁਆਲੇ ਗੋਲ ਬਣਾ ਕੇ, 150 ਸਿੰਘ ਅੱਗੇ, 150 ਪਿੱਛੇ, 150 ਸੱਜੇ ਖੱਬੇ, ਏਦਾਂ ਮਾਰੇ 500 ਸਿੰਘਾਂ ਦਾ ਜਥਾ। ਤੇ ਵਿੱਚ 10ਵੇਂ ਪਾਤਸ਼ਾਹ ਕੋਈ ਲਗਭਗ ਕਿਲੋਮੀਟਰ ਦੀ ਵਾਟ ਦੇ ਵਿੱਚ ਦਲ ਤੁਰਿਆ ਜਾਂਦਾ, ਕੋਈ ਅੱਧਾ ਕਿਲੋਮੀਟਰ ਘੋੜੇ ਅੱਗੇ, ਕੁਝ ਪਿੱਛੇ, ਕਿਉਂਕਿ ਇੱਕ ਜਗ੍ਹਾ ਤੇ ਥੋੜੀ ਤੁਰ ਨਹੀਂ ਨਾ ਸਕਦੇ। ਇੱਕ ਘੋੜਾ ਵੀ ਘੱਟੋ ਘੱਟ 10 ਫੁੱਟ ਦੀ ਜਗ੍ਹਾ ਘੇਰਦਾ, ਉੱਥੇ ਹਿਸਾਬ ਲਾ ਲਓ ਵੀ ਲਗਭਗ 1.5-2 ਮੀਲ ਦਾ ਅੱਗਾ ਪਿੱਛਾ ਰੋਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਰੇ ਜਾ ਰਹੇ। ਦੁਰਜਨ ਖਰੇ ਰਹੇ ਪਛਚਾਤੀ। ਵੈਰੀ ਪਿੱਛੇ ਹੀ ਰਹਿ ਗਿਆ ਖਲੋਤਾ ਤੇ ਗੁਰੂ ਸਾਹਿਬ ਘਨੌਲੇ ਪਹੁੰਚ ਗਏ। ਕਰ ਅਨਮਾਨ ਸਕਲ ਸੁਧ ਜਾਤੀ। ਜਦੋਂ ਵੈਰੀ ਨੇ ਅੰਦਾਜ਼ਾ ਲਾਇਆ ਵੀ ਰਾਤ ਤਾਂ ਅੱਧੀ ਨਾਲੋਂ ਟੱਪ ਚੱਲੀ ਹੈ, 12 ਵਜੇ ਚੱਲੇ ਹੈ ਤੇ ਗੁਰੂ ਅਜੇ ਤੱਕ ਨਿਕਲਿਆ ਨਹੀਂ ਹੋਣਾ, ਉਹਨਾਂ ਨੂੰ ਅਜੇ ਪਤਾ ਹੀ ਨਹੀਂ ਲੱਗਾ ਵੀ ਉਹਦਾ ਨਿਕਲ ਵੀ ਗਿਆ। ਹਾਂਜੀ, ਗੁਰੂ ਦੁਰਗ ਮਹਿ ਅਬ ਤਿਰ ਨਾਹੀ। ਫਿਰ ਉਹਨਾਂ ਨੇ ਪਤਾ ਕੀਤਾ ਵੀ ਕਿਲੇ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ, ਕੋਈ ਖੜਕਾ ਨਹੀਂ ਹੋ ਰਿਹਾ। ਪਹਿਲਾਂ ਰਾਤ ਨੂੰ ਸਿੰਘ ਗੋਲੀ ਚਲਾ ਦਿਆ ਕਰਦੇ ਸਨ, ਮੋਰਚਿਆਂ ਵਿੱਚੋਂ ਗੋਲੀ ਚੱਲਦੀ ਰਹਿੰਦੀ ਸੀ, ਤਾਂ ਕਿ ਦੋਵੇਂ ਪਾਸੇ ਤੋਂ ਗੋਲੀ ਚੱਲਦੀ ਸੀ। ਦੋਵੇਂ ਪਾਸੇ ਗੋਲੀ ਇਸ ਕਰਕੇ ਚੱਲਦੀ ਸੀ ਵੀ ਕੋਈ ਦੁਸ਼ਮਣ ਨੇੜੇ ਨਾ ਆ ਜਾਵੇ। ਤੁਰਕ ਇਸ ਕਰਕੇ ਚਲਾਉਂਦੇ ਸੀ ਵੀ ਸਿੰਘ ਨਾ ਆ ਜਾਣ, ਉਹਨਾਂ ਨੂੰ ਵੀ ਡਰ ਰਵੇ। ਸਿੰਘ ਇਸ ਕਰਕੇ ਚਲਾਉਂਦੇ ਸੀ ਵੀ ਤੁਰਕ ਨਾ ਆ ਜਾਣ, ਵੀ ਉਹਨਾਂ ਨੂੰ ਡਰ ਰਵੇ। ਪਰ ਅੱਜ ਗੋਲੀ ਨਹੀਂ ਚੱਲ ਰਹੀ ਅੰਦਰੋਂ, ਇਸ ਕਰਕੇ ਤੁਰਕ ਜਿਹੜੇ ਹਨ ਉਹ ਅੰਦਾਜ਼ਾ ਲਾਉਣ ਲੱਗੇ ਵੀ ਸਿੰਘ ਤਾਂ ਨਿਕਲ ਕੇ ਜਾਪਦੇ। ਹਾਂਜੀ, ਰੋਰਾ ਨਹਿ ਲਖੀਅਤ ਦਿਸ਼ ਤਾਹੀ। ਅਨੰਦਪੁਰ ਵਾਲੇ ਪਾਸੇ ਰੌਲਾ ਰੱਪਾ ਕੋਈ ਨਹੀਂ ਸੁਣਾਈ ਦਿੰਦਾ, ਕੋਈ ਆਵਾਜ਼ ਨਹੀਂ ਸੁਣਾਈ ਦਿੰਦੀ। ਜਾਨਿਓ ਪਰੇ ਅਗਾਰੀ ਗਏ। ਲੱਗਦਾ ਗੁਰੂ ਅੱਗੇ ਲੰਘ ਗਿਆ, ਕਹਿੰਦੇ ਘੇਰੇ ਵਿੱਚੋਂ ਨਿਕਲ ਗਿਆ। ਮਾਰਗ ਦੂਰ ਉਲੰਘਤ ਪਏ। ਉਹਦਾ ਕਿ ਦੂਰ ਲੰਘ ਗਿਆ ਕਿਤੇ। ਇਮ ਲੱਖ ਕਰ ਅਸਵਾਰਤ ਆਏ। ਇਹ ਸੋਚ ਕੇ ਖਵਾਜੇ ਮਰਦੂਦ ਨੇ ਘੋੜ ਸਵਾਰਾਂ ਨੂੰ ਆਖਿਆ ਦੌੜੋ ਪਤਾ ਕਰੋ, ਕਹਿੰਦੇ ਕਿੱਥੇ ਗਿਆ ਗੁਰੂ। ਸੂਨ ਭਰਿਓ ਗੜ ਦੇਖ ਜੁਗ ਆਏ। ਕਿਲਾ ਵੇਖਿਆ, ਕੁਝ ਸਿਪਾਹੀ ਗਏ ਡਰਦੇ ਡਰਦੇ ਵਿਚਾਰੇ। ਅਨੰਦਪੁਰ ਸਾਹਿਬ ਦੇ ਕਿਲੇ ਵੇਖੇ ਉਹਨਾਂ ਨੇ, ਸਭ ਖਾਲੀ,
ਪਿੰਡ ਵਿੱਚ ਕੋਈ ਬੰਦਾ ਨਹੀਂ, ਕੋਈ ਚੂਚਾ ਨਹੀਂ, ਸਭ ਆਨੰਦਪੁਰ ਸਾਹਿਬ ਦੀਆਂ ਗਲੀਆਂ ਖਾਲੀ ਪਈਆਂ ਨੇ। ਤਬ ਖਵਾਜਾ ਮਰਦੂਦ ਗੁਲਾਮ, ਖਵਾਜਾ ਮਰਦੂਦ ਗੁਲਾਮ ਅਲੀ ਮਰਦੂਦ ਰਿਸ ਬੋਲਿਓ ਦਲ ਸੰਗ ਤਮਾਮ। ਗੁੱਸੇ 'ਚ ਆ ਕੇ ਆਪਣੀ ਫੌਜ ਨੂੰ ਗਾਲਾਂ ਕੱਢਣ ਲੱਗ ਪਿਆ। ਘੇਰੋ ਅਗਰ ਜਾਏ ਕਰ ਐਸੇ, ਓਏ ਮੂਰਖੋ ਦੇ ਭੱਜ ਗਿਆ, ਉਹਦੇ ਬਾਜ ਉੱਡ ਗਿਆ, ਨਿਕਲ ਗਿਆ, ਤੁਸੀਂ ਬੈਠੇ ਰਹਿ ਗਏ। ਘੇਰੋ ਕਹਿੰਦੇ ਗੁਰੂ ਕਿਤੇ ਚਲਾ ਨਾ ਜਾਵੇ, ਆਪਾਂ ਮਾਰਨਾ ਹੈ ਉਹਨੂੰ, ਜਿਉਂਦਾ ਜਾਂ ਮੁਰਦਾ ਪਕੜਨਾ ਹੈ। ਜਿਸ ਤੇ ਨਿਕਸ ਜਾਏ ਨਹਿ ਕੈਸੇ, ਜਾਓ ਘੇਰਾ ਪਾਓ, ਗੁਰੂ ਗੋਬਿੰਦ ਸਿੰਘ ਕਿਤੇ ਨਿਕਲ ਨਾ ਜਾਵੇ। ਜਥੇਦਾਰ ਸਰਦਾਰ ਕਨੇਰੇ, ਜਿਹਦੇ ਜਥੇਦਾਰ ਸੀ ਤੁਰਕਾਂ ਦੇ, ਜਰਨਲ ਕਰਨਲ ਫੌਜ ਦੇ, ਕਰ ਕਰ ਕੁਦਰਤ ਸਗਰੇ ਪ੍ਰੇਰੇ। ਕ੍ਰੋਧਤ ਗੁੱਸੇ 'ਚ ਆ ਕੇ ਨਾ ਖਵਾਜੇ ਮਰਦੂਦ ਨੇ ਸਾਰਿਆਂ ਨੂੰ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ। ਰਾਤ ਦੇ 12 ਵਜੇ, ਓਏ ਸੁੱਤੇ ਹੋ ਕਾਬਾ ਜੀਓ, ਓਏ ਕਾਇਰੋ, ਬੁਝ ਦਿਲੋ, ਉਠੋ, ਆਲਸ ਨਾ ਕਰੋ, ਕਿਤੇ ਗੁਰੂ ਨਿਕਲ ਨਾ ਜਾਵੇ। ਭੀਮ ਚੰਦ ਕੋ ਭਾਕ ਪਠਾਇਓ, ਰਾਜੇ ਭੀਮ ਚੰਦ ਨੂੰ ਵੀ ਸੁਨੇਹਾ ਭੇਜਿਆ ਵੀ ਰਾਜਾ ਜੀ ਸੁੱਤੇ ਪਏ ਹੋ, ਜਿਹਨੂੰ ਫੜਨ ਵਾਸਤੇ 20 ਸਾਲ ਦੇ ਰੌਲਾ ਪਾਈ ਜਾਂਦੇ ਸੀ ਉਹ ਤੇ ਨਿਕਲ ਚੱਲਿਆ ਹੈ। ਤੈ ਆਪਣੋ ਦਲ ਘਿਓ ਅਕਟਾਇਓ, ਤੂੰ ਇੱਥੇ ਕਿਉਂ ਆਪਣੀ ਫੌਜ ਰੋਕੀ, ਅੱਗੇ ਕਰ। ਜਿਹੜੇ ਤੁਰਕ ਸੀ ਨਾ ਉਹ ਕਹਿੰਦੇ ਸੀ ਵੀ ਲੜਾਈ ਤਾਂ ਭੀਮ ਚੰਦ ਨੇ ਸ਼ੁਰੂ ਕੀਤੀ ਹੈ ਤੇ ਗੱਲ ਸਾਡੇ ਪਾਈ ਬੈਠਾ, ਤੇ ਇਹਨੂੰ ਅੱਗੇ ਕਰੀਏ। ਉਹ ਕਹਿੰਦੇ ਰਾਜਾ ਜੀ ਤੁਸੀਂ ਆਪਣੀ ਫੌਜ ਅੱਗੇ ਕਰੋ, ਪ੍ਰੇਰੋ ਸਭ ਪਰਬਤ ਕੀ ਸੈਨਾ। ਜਿੰਨੀ ਫੌਜ ਆ ਪਹਾੜ ਦੀ ਅੱਗੇ ਕਰੋ, ਗੁਰੂ ਨੂੰ ਰੋਕੋ, ਗੁਰੂ ਨਿਕਲ ਨਾ ਜਾਵੇ। ਘੇਰ ਹੈ ਜਾਏ ਗਹਿ ਪਿਕ ਨੈਨਾ, ਗੁਰੂ ਨੂੰ ਘੇਰਾ ਪਾ ਲਓ ਤੇ ਗੁਰੂ ਗੋਬਿੰਦ ਸਿੰਘ ਨੂੰ ਸਰਸਾ ਨਦੀ ਤੋਂ ਉਰੇ ਉਰੇ ਮਾਰ ਦਿਓ। ਖਾਨ ਵਜੀਦ ਸਰੰਦੀ ਤਾਇਓ, ਵਜ਼ੀਰ ਖਾਨ ਸਰਹੰਦ ਦਾ ਸੂਬਾ, ਉਹ ਵੀ ਆਪਣੀ ਫੌਜ ਲਾ ਕੇ ਅੱਖਾਂ ਮਲਦਾ ਉੱਠਿਆ ਤੇ ਦੌੜਿਆ। ਲੱਖੋਂ ਲਸ਼ਕਰ ਲੈ ਉਮੜਾਇਓ, ਲੱਖਾਂ ਫੌਜਾਂ ਗੁਰੂ ਕਲਗੀਧਰ ਜੀ ਦੀ ਜਾਨ ਨੂੰ ਖਤਮ ਕਰਨ ਵਾਸਤੇ ਉਮੜ ਕੇ ਆ ਗਈਆਂ। ਜੇਦਰ ਸਸਤ ਸੁਭਾ ਲਵਪੁਰ ਕੋ, ਜੇਰਦਸਤ, ਇਹ ਜੇਰਦਸਤ ਲਾਹੌਰ ਦਾ ਸੂਬੇਦਾਰ ਸੀਗਾ, ਨਾਂ ਤੇ ਦਾ ਜ਼ਬਰਦਸਤ ਸੀ ਪਰ ਸਿੰਘ ਇਹਨੂੰ ਜੇਰਦਸਤੀ ਕਹਿੰਦੇ। ਭਾਈ ਸਾਹਿਬ ਨੇ ਜੇਰਦਸਤੀ ਲਿਖਿਆ, ਇਹ ਜੇਰ ਛੋਟੇ ਨੂੰ ਘਟੀਆ ਨੂੰ ਕਹਿੰਦੇ ਆ। ਸੋ ਇਹ ਜੇਰਦਸਤ ਜਿਹੜਾ ਸੀਗਾ ਸੂਬਾ ਲਾਹੌਰ ਦਾ, ਦੌਰ ਚਲਿਓ ਪਕਰਨ ਸ੍ਰੀ ਗੁਰੂ ਕੋ, ਇਹ ਮਹਾਰਾਜ ਜੀ ਨੂੰ ਫੜਨ ਵਾਸਤੇ ਸਭ ਤੋਂ ਅੱਗੇ ਦੌੜਿਆ। ਬੇਸ਼ਮਾਰ ਜਿਮ ਨਿਸ ਅੰਧਿਆਰੀ, ਬੇਸ਼ੁਮਾਰ ਜਿਵੇਂ ਕਾਲੀ ਬੋਲੀ ਰਾਤ ਸੀ, ਸੈਨਾ ਉਮੜੀ ਸਭ ਇੱਕ ਵਾਰੀ। ਜਿਵੇਂ ਬੇਸ਼ੁਮਾਰ ਕਾਲੀ ਵਰਦੀਆਂ ਵਾਲੀ ਫੌਜ ਵੀ ਆ ਗਈ। ਮਹਾਰਾਜ ਨੇ ਦੇਖਿਆ ਕਿ ਸ਼ਾਹਪੋਸ਼ ਆਮਦਨ, ਕਾਲੇ ਕੱਪੜੇ ਪਾਏ, ਕਾਲੀਆਂ ਵਰਦੀਆਂ, ਫੌਜਾਂ ਪਿੱਛੇ ਪੈ ਗਈਆਂ। ਗੁਰ ਸੂਰਜ ਕੋ ਉਪਕਰਨ ਹੇਤ, ਭਾਈ ਸਾਹਿਬ ਜੀ ਕਹਿੰਦੇ ਕਾਲੀ ਰਾਤ ਤੇ ਕਾਲੀ ਫੌਜ ਸੂਰਜ ਗੁਰੂ ਨੂੰ ਫੜਨ ਚੱਲੀਆਂ ਨੇ। ਰਾਤ ਹਨੇਰਾ ਜਿਹੜਾ ਨਾ, ਜਿੰਨਾ ਮਰਜ਼ੀ ਜ਼ੋਰ ਲਾ ਲਏ ਸੂਰਜ ਨੂੰ ਨਹੀਂ ਫੜ ਸਕਿਆ। ਤੇ ਸਾਧ ਸੰਗਤ ਜੀ ਸੂਰਜ ਡਾਂਗ ਲੈ ਕੇ ਪਿੱਛੇ ਪਿੱਛੇ ਹਨੇਰੇ ਦੇ ਫਿਰਦਾ ਵੀ ਹਨੇਰਾ ਬਾਹਰ ਤਾਂ ਨਿਕਲ ਜਰਾ ਸਾਹਮਣੇ ਤੇ ਆ, ਪਰ ਹਨੇਰਾ ਵਿਚਾਰਾ ਸੂਰਜ ਦੇ ਸਾਹਮਣੇ ਆ ਹੀ ਨਹੀਂ ਸਕਿਆ ਜਦੋਂ ਦੀ ਦੁਨੀਆ ਬਣੀ ਹੈ। ਅੱਜ ਤੱਕ ਸੂਰਜ ਪਿੱਛੇ ਪਿੱਛੇ ਫਿਰਦਾ, ਡਾਂਗ ਚੁੱਕੀ ਵੀ ਮੈਂ ਦੇਖਾਂ ਤੇਰੀਆਂ ਲੱਤਾਂ ਭੰਨਾ, ਤੇ ਉਹ ਵਿਚਾਰਾ ਹਨੇਰਾ ਗਾਂ ਦੀ ਗਾਂ ਹੀ ਦੌੜ ਜਾਂਦਾ ਜੇ। ਤੇ ਕਲਗੀਧਰ ਪਾਤਸ਼ਾਹ ਨੂੰ ਸੂਰਜ ਨੂੰ ਫੜ ਲਈਏ, ਹਨੇਰਾ ਤੁਰਿਆ ਜੇ ਕਹਿੰਦੇ। ਹਾਂਜੀ, ਗਹਿ ਗਹਿ ਆਯੁਧ ਉਮੜੇ ਖੇਤ, ਸ਼ਸਤਰ ਲੈ ਲੈ ਕੇ ਉਮੜ ਪਏ ਹਨ। ਕੋ ਆਗੇ ਕੋ ਪਛਚਾਤ, ਕੋਈ ਅੱਗੇ ਤੇ ਕੋਈ ਪਿੱਛੇ ਦੌੜੇ ਹਨ ਘੋੜਿਆਂ ਤੇ। ਦੌਰਤ ਜਾਤ ਗਿਰੈ ਕੋ ਖਾਤ, ਪਰਮੇਸ਼ਰ ਦਾ ਬਾਣਾ ਰਾਹ ਦਾ ਹਨੇਰਾ ਸੀਗਾ, ਘੋੜੇ ਦੌੜਦੇ ਅੰਨ੍ਹੇਵਾਹ ਵਿੱਚ, ਟੱਕਰਾਂ ਮਾਰ ਕੇ ਕੋਈ ਖਾਈ 'ਚ ਜਾ ਪੈਂਦਾ, ਕਿਸੇ ਦੀ ਲੱਤ ਟੁੱਟ ਜਾਂਦੀ, ਕੋਈ ਆਪਣੀ ਲੱਤ ਡਾ ਲੈਂਦਾ ਤੇ ਕੋਈ ਘੋੜੇ ਦੀ ਤੁੜਾ ਪੈਂਦਾ। ਹਾਂਜੀ, ਕਿਤਕ ਪਰਸਪਰ ਲਗੈ ਤਕੇਲੇ, ਘੋੜਿਆਂ ਦੇ ਧੱਕੇ ਫੇਟੀਆਂ ਇੱਕ ਦੂਜੇ ਨੂੰ ਲੱਗਦੀਆਂ ਨੇ, ਖੱਡਾਂ 'ਚ ਡਿੱਗਦੇ ਨੇ। ਬਾਜੀ ਲੜਦ ਸੌਰਨ ਮੇਲੇ, ਘੋੜੇ ਲੜ ਪੈਂਦੇ ਆਪਸ ਵਿੱਚ, ਇੱਕ ਦੂਜੇ ਦੇ ਉੱਤੇ ਮਾਰਨ ਲੱਗ ਜਾਂਦੇ ਐ। ਕਰ ਤੂਰਨਤਾ ਪਹੁੰਚੇ ਆਏ, ਬੜੀ ਛੇਤੀ ਕਰਕੇ ਫਿਰ ਵੀ ਇਹ ਤੁਰਕ ਆ ਹੀ ਪਹੁੰਚੇ। ਸਿੰਘਨ ਕੋ ਪੀਛੇ ਜਹ ਜਾਏ, ਜਿੱਥੇ ਖਾਲਸਾ ਦਲ ਪਿੱਛੇ ਗੁਰੂ ਕਲਗੀਧਰ ਜੀ ਦੀ ਬੈਕ ਸਾਈਡ ਦੇ ਵਿੱਚ ਸਿੰਘ ਜਾ ਰਹੇ ਸਨ। ਸੁਣ ਕੇ ਸ਼ਬਦ ਹਟਾਵਨ ਕਰੇ, ਉਹਨਾਂ ਸਿੰਘਾਂ ਨੇ ਵੇਖਿਆ ਵੀ ਪਿੱਛੇ ਕੋਈ ਆ ਰਿਹਾ ਹੈ, ਤੇ ਉਹਨਾਂ ਨੇ ਆਖਿਆ ਉਹ ਸਾਵਧਾਨ, ਅੱਗੇ ਤਗੜੇ ਹੋ ਕੇ ਆਇਆ ਜੇ ਜਰਾ। ਲਲਕਾਰਿਆ ਕੌਣ ਹੈ, ਕਿਉਂਕਿ ਹਨੇਰੇ 'ਚ ਪੁੱਛਣਾ ਤਾਂ ਪੈਂਦਾ ਨਹੀਂ ਆਪਣਾ ਜਾਂ ਬਗਾਨਾ। ਆਵਾਜ਼ ਪਛਾਣ ਕੇ ਗੋਲੀ ਚਲਾਣੀ ਸੀਗੀ। ਜਦੋਂ ਸਿੰਘਾਂ ਨੇ ਲਲਕਾਰਾ ਮਾਰਿਆ, ਕੌਣ ਅਹੋ ਤੁਮ ਰਹੀਏ ਖਰੇ, ਕੌਣ ਆ ਬਈ, ਖੜੇ ਰਹੋ, ਅੱਗੇ ਨਾ ਵਧਿਆ ਜੇ। ਤੇ ਜਦੋਂ ਇੱਕ ਦੂਜੇ ਦੀ ਆਵਾਜ਼ ਪਛਾਣੀ ਗਈ ਵੀ ਇਹ ਦੁਸ਼ਮਣ ਹੈ, ਤਾਂ ਫਿਰ ਦੋਏ ਦੇਸ਼ ਦੁਸ਼ਮਣ ਜਾਣੇ ਗਏ। ਦੋਏ ਪਾਸੇ ਪਤਾ ਲੱਗ ਗਿਆ ਵੀ ਦੁਸ਼ਮਣ, ਸਿੰਘਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਦੁਸ਼ਮਣ ਹੈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਦੁਸ਼ਮਣ। ਦੋਏ ਬਿਨ ਦੁਸ਼ਮਣ ਜਾਣੇ ਗਏ, ਦੋਏ ਪਾਸੇ ਪਤਾ ਲੱਗ ਗਿਆ ਵੀ ਬੰਦੇ ਆਪਣੇ ਨਹੀਂ ਬਗਾਨੇ ਹਨ। ਸ਼ਸਤਰਨ ਗਹਿ ਸੁਚੇਤ ਸਭ ਪਏ, ਆਪੋ ਆਪਣੀਆਂ ਬੰਦੂਕਾਂ ਸਿੱਧੀਆਂ ਕਰ ਲਈਆਂ ਫਿਰ। ਹਾਂਜੀ,
ਜਵਾਲਾ ਬਮਣੀ ਦੁਸ਼ਟ ਮਨ ਦਮਨੀ। ਵੈਰੀਆਂ ਨੂੰ ਦਮਨ ਕਰਨ ਵਾਲੀ ਜਵਾਲਾ ਬੰਮਣੀ। ਜਵਾਲਾ ਕਹਿੰਦੇ ਅੱਗ ਨੂੰ, ਜਿਹਦੇ ਮੂੰਹ ਚੋਂ ਅੱਗ ਨਿਕਲਦੀ ਹੈ ਉਹਨੂੰ ਜਵਾਲਾ ਬੰਮਣੀ ਕਹਿੰਦੇ। ਬੰਦੂਕ ਦਾ ਨਾਮ ਹੈ ਜਵਾਲਾ ਬੰਮਣੀ ਖਾਲਸੇ ਦੀ ਬੋਲੀ ਵਿੱਚ। ਜਵਾਲਾ ਬੰਮਣੀ ਦੁਸ਼ਮਣ ਦਮਨੀ, ਦੁਸ਼ਮਣ ਦਾ ਦਮਨ ਕਰਨ ਵਾਲੀਆਂ ਬੰਦੂਕਾਂ ਕਾੜ ਕਾੜ ਚੱਲੀਆਂ। ਫਿਰ ਛੂਟਨ ਲਗੀ ਸਨਮੁਖ ਰਿਪ ਸ਼ਮਨੀ। ਵੈਰੀਆਂ ਦੇ ਸਨਮੁਖ, ਵੈਰੀਆਂ ਦਾ ਸ਼ਮਨ ਕਰਨ ਵਾਲੀਆਂ, ਨਾਸ ਕਰਨ ਵਾਲੀਆਂ ਬੰਦੂਕਾਂ ਚੱਲਣ ਲੱਗੀਆਂ। ਦਗਾ ਕਰਿਓ ਮਿਲ ਤੁਰਕ ਪਹਾਰੀ। ਆਹ ਦੇਖੋ ਝੂਠੀਆਂ ਕਸਮਾਂ, ਇੱਥੋਂ ਤੱਕ ਹੀ ਸੀ ਸਾਰਾ ਕੰਮ। ਕੁਰਾਨ ਦੀਆਂ ਕਸਮਾਂ ਵੀ ਭੁੱਲ ਗਈਆਂ, ਗੀਤਾ ਦੀਆਂ, ਗਊ ਦੀਆਂ ਭੁੱਲ ਗਈਆਂ ਸਭ ਕਸਮਾਂ। ਤਬ ਜਾਨੀ ਸਿੰਘਨ ਸੁਧਤਾ ਸਾਰੀ। ਹੁਣ ਉਹਨਾਂ ਸਿੰਘਾਂ ਨੂੰ ਵੀ ਸੋਝੀ ਆ ਗਈ ਜਿਹੜੇ ਕਹਿੰਦੇ ਸੀ ਕਿ ਮਹਾਰਾਜ ਜੀ ਇੰਨੀਆਂ ਕਸਮਾਂ ਖਾ ਕੇ ਥੋੜਾ ਮੁੱਕਰ ਚੱਲੇ ਆ। ਤੇ ਕਲਗੀਧਰ ਕਹਿੰਦੇ ਸੀ ਇਦਾਂ ਦੀਆਂ ਹਜ਼ਾਰਾਂ ਖਾ ਲੈਣ ਤਾਂ ਵੀ ਮੁੱਕਰ ਜਾਣਗੇ। ਹੁਣ ਕਲਗੀਧਰ ਪਾਤਸ਼ਾਹ ਦੇ ਬਚਨ ਸਿੰਘਾਂ ਨੂੰ ਚੇਤੇ ਆਏ ਨੇ। ਇਸੀ ਹੇਤ ਸਤਿਗੁਰੂ ਹਟਾਵਤ। ਤੇ ਕਹਿਣ ਲੱਗੇ ਸਿੰਘ ਕਹਿੰਦੇ ਓਹੋ ਇਸੇ ਵਾਸਤੇ ਮਹਾਰਾਜ ਰੋਕਦੇ ਸਨ। ਸਮਝ ਸਿੰਘ ਸਭ ਚਿਤ ਪਛਤਾਵਨ। ਸਮਝ ਆਈ ਹੁਣ ਜਦੋਂ ਚਿੜੀਆ ਖੇਤ ਚੁੱਕ ਗਈ, ਸਮਾਂ ਲੰਘ ਚੁੱਕਾ ਸੀ। ਹੁਣ ਕੇਵਲ ਪਛਤਾਵਾ ਖਾਲਸੇ ਦੇ ਪੱਲੇ ਰਹਿ ਗਿਆ। ਅਬ ਕਿਆ ਹੋਏ ਸ਼ੋਰ ਗੜਤਾਏ। ਹੁਣ ਕਹਿੰਦੇ ਹੁਣ ਕੀ ਹੋ ਸਕਦਾ, ਹੁਣ ਤਾਂ ਕਿਲਾ ਅਨੰਦਪੁਰ ਛੱਡ ਕੇ ਆ ਗਏ ਆ। ਲਰਬੋ ਸਨਮੁਖ ਹੀ ਬਨ ਆਏ। ਹੁਣ ਹੋਰ ਕੋਈ ਰਾਹ ਨਹੀਂ, ਨਾ ਸ਼ਾਮ ਨਾ ਦਾਮ ਨਾ ਭੇਦ। ਹੁਣ ਤਾਂ ਲੜਨਾ ਹੀ ਪਏਗਾ, ਦੰਡ ਹੀ ਵਰਤਣਾ ਪਏਗਾ। ਸ੍ਰੀ ਗੁਰ ਕਿਤਕ ਦੂਰ ਚਲ ਆਗੇ। ਸ੍ਰੀ ਕਲਗੀਧਰ ਜੀ ਉਸ ਲੜਾਈ ਤੋਂ ਕੋਈ ਕਿਲੋਮੀਟਰ ਅੱਗੇ ਲੰਘੇ ਹੋਣਗੇ। ਖਰੇ ਅਜੀਤ ਸਿੰਘ ਰਿਸ ਜਾਗੇ। ਪਿੱਛੇ ਕਿਲੋਮੀਟਰ ਅਜੀਤ ਸਿੰਘ ਸਾਹਿਬਜ਼ਾਦਾ ਆਪਣੇ ਨਾਲ ਦੇ ਸਿੰਘਾਂ ਸਮੇਤ ਦੁਸ਼ਮਣ ਨਾਲ ਲੜਨ ਲੱਗ ਪਿਆ। ਤੁਰਕਨ ਅਨੀਕੀ ਮੁਗਲ ਪਠਾਨਾ। ਪਿੱਛੇ ਫੌਜ ਤੁਰਕਾਂ ਦੀ, ਮੁਗਲਾਂ ਦੀ, ਪਠਾਣਾਂ ਦੀ ਬਹੁਤ ਆ ਗਈ। ਕਿਰੇ ਆਨ ਕਰ ਆਯੁਧ ਪਾਨਾ। ਸ਼ਸਤਰ ਬੰਦੂਕਾਂ ਤੀਰ ਕਮਾਨਾਂ ਨਾਲ ਵੈਰੀਆਂ ਨੇ ਆ ਕੇ ਸਾਹਿਬਜ਼ਾਦੇ ਦੀ ਫੌਜ ਨੂੰ ਘੇਰਾ ਪਾ ਲਿਆ। ਟੁੱਟੇ ਤੜਾਪੜ ਤੁਪਕ ਤੜਾਕੇ। ਜਿਵੇਂ ਭੱਠੀ ਦੇ ਵਿੱਚ ਦਾਣੇ ਨਹੀਂ ਭੁੱਜਦੇ, ਤੜਪੜ 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 ਮੱਕੀ ਦੇ, ਏਦਾਂ ਬੰਦੂਕਾਂ ਕਰਨ ਲੱਗ ਪਈਆਂ। ਤੜਪੜ ਤੜਪੜ ਤਾੜ 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 ਹੋਣ ਲੱਗੀ। ਮਿਲੇ ਵੀਰ ਡਿਗ ਅਧਿਕ ਲੜਾਕੇ। ਬੜੇ ਲੜਾਕੇ ਸੂਰਮੇ ਦੋਵਾਂ ਪਾਸਿਆਂ ਤੋਂ ਮਿਲੇ, ਆਪਸ ਵਿੱਚ ਗੁੱਥਮ ਗੁੱਥਾ ਹੋ ਗਏ। ਗੋਲੀਆਂ ਠਾ ਠਾ ਮਾਰਨ ਲੱਗੇ। ਸ਼ਿਆਮ ਤਿਮਰ ਮਹਿ ਤੁਕੇ ਪਲੀਤੇ। ਕਾਲੀ ਰਾਤ ਵਿੱਚ ਪਲੀਤੇ ਧੁਖਦੇ ਨੇ, ਬਾਕੀ ਹੋਰ ਕੁਝ ਨਹੀਂ ਦਿਸਦਾ, ਸਿਰਫ ਬੰਦੂਕ ਦਾ ਪਲੀਤਾ ਧੁਖਦਾ। ਜਦੋਂ ਗੋਲੀ ਚਲਾਉਂਦੇ ਨੂੰ ਅੱਗ ਦੇਣੀ ਪੈਂਦੀ ਹੈ ਤੇ ਉਹ ਅੱਗ ਧੁਖਦੀ ਹੈ, ਤੇ ਜਾਂ ਫਿਰ ਜਦੋਂ ਗੋਲੀ ਵਿੱਚੋਂ ਨਿਕਲਦੀ ਹੈ ਨਾ ਉਹ ਅੱਗ ਦਿਸਦੀ ਹੈ। ਹਾਂਜੀ, ਚਮਕ ਹੈ ਬਹੁ ਪ੍ਰਕਾਸ਼ ਕੋ ਕੀਤੇ। ਹਾਂ, ਕਹਿੰਦੇ ਉਸ ਵੇਲੇ ਮਾੜਾ ਜਿਹਾ ਪ੍ਰਕਾਸ਼ ਹੁੰਦਾ ਗੋਲੀ ਦਾ ਜਦੋਂ ਗੋਲੀ ਚੱਲਦੀ, ਬਾਕੀ ਤੇ ਹਨੇਰਾ ਹੀ ਹੈ। ਹਾਂਜੀ, ਜਿਮ ਖਿਦ ਯੋਤਨ ਕੋ ਸਮਦਾਈ। ਕਹਿੰਦੇ ਸਮਝ ਲਓ ਜੈਸੇ ਭਾਦਵ ਮਾਸ ਕੀ ਰਹਿਣ ਲੱਸਾ ਪਟ ਬੀਜਣ ਕੀ ਚਮਕਾਰੀ। ਦਸਮ ਪਾਤਸ਼ਾਹ ਸੰਗੰਢੀ ਚਰਿੱਤਰ ਚ ਲਿਖਦੇ ਆ, ਭਾਦਰੋਂ ਦਾ ਮਹੀਨਾ ਹੋਵੇ, ਆਪਣੇ ਪੰਜਾਬ ਦੀ ਗੱਲ ਹੈ, ਇੱਥੋਂ ਦਾ ਮੈਨੂੰ ਪਤਾ ਨਹੀਂ। ਭਾਦਰੋਂ ਦੇ ਮਹੀਨੇ 'ਚ ਇੱਕ ਰਾਤ ਨੂੰ, ਕਾਲੀ ਰਾਤ ਨੂੰ ਜੁਗਨੂ ਚਮਕਦੇ ਆ। ਆਪਾਂ ਜੁਗਨੂ ਵੀ ਕਹਿੰਦੇ ਆ, ਟਟਹਿਣਾ ਵੀ ਕਹਿ ਦਿੰਦੇ ਆ। ਉਹ ਨਿੱਕਾ ਜਿਹਾ ਮਾੜੇ ਜੀ ਚਮਕ ਦਿੰਦਾ ਨਾ ਜਿਵੇਂ ਕਾਲੀ ਰਾਤ ਦੇ ਵਿੱਚ। ਏਦਾਂ ਸਾਧ ਸੰਗਤ ਦੀ ਬੰਦੂਕਾਂ ਕਾਲੀ ਰਾਤ ਵਿੱਚ ਮਾੜੀ ਮਾੜੀ ਚਮਕ ਦਿੰਦੀਆਂ ਨੇ। ਚਮਕਤ ਹੈ ਇਸ ਬਿਦ ਦਮਕਾਈ। ਜਿਵੇਂ ਭਾਦੋਂ ਦੀ ਰਾਤ ਕਾਲੀ ਗੋਲੀ ਨੂੰ ਜੁਗਨੂ ਚਮਕਦੇ ਹੋਣ, ਏਦਾਂ ਬੰਦੂਕਾਂ ਦੇ ਪਲੀਤੇ ਲਿਸ਼ਕਦੇ, ਮਾੜੀ ਮਾੜੀ ਲਿਸ਼ਕ ਦਿੰਦੇ ਹਨ। ਸ਼ਬਦ ਹੋਤ ਜਿਮ ਗਾਜਤ ਗਾਜ। ਆਵਾਜ਼ ਉਹਨਾਂ ਬੰਦੂਕਾਂ ਦੀ ਬਹੁਤ ਹੁੰਦੀ ਹੈ। ਅੱਜ ਕੱਲ ਤੇ ਉਹ ਬੰਦੂਕਾਂ ਇੰਨੀ ਕੜਕਦੀ, ਜਿਹੜੀ ਪੁਰਾਣੀਆਂ ਨਾ ਉਹਦੀ ਧਮਾਕਾ ਬੜਾ ਲੰਮੀਆਂ ਲਮਛੜਾਂ ਹੁੰਦੀਆਂ, 7-7 ਫੁੱਟ ਲੰਮੀ ਨਾਲ ਹੁੰਦੀ ਸੀ ਨਾ, ਤੇ ਉਹ ਏਦਾਂ ਗਜਰੇ ਜੇ ਬਿਜਲੀ ਕੜਕਦੀ। ਹਾਂਜੀ, ਸੈਲ ਟੋਲ ਪਰ ਪਟ ਤਰਸਾਜ। ਵੈਰੀ ਦੇ ਟੋਲਿਆਂ ਦੇ ਟੋਲੇ ਬੰਨ ਕੇ ਆ ਰਹੀ ਫੌਜ ਨੂੰ ਅਜੀਤ ਸਿੰਘ ਮਾਰ ਮਾਰ ਸੁੱਟੀ ਜਾਂਦਾ ਹੈ। ਦੂਰ ਦੂਰ ਲਗ ਸ਼ਬਦ ਸੁਨੰਤੇ। ਦੂਰ ਦੂਰ ਤੱਕ ਪਹਾੜਾਂ ਵਿੱਚ ਤਾਂ ਮਾੜੀ ਜਿਹੀ ਆਵਾਜ਼ ਹੋਵੇ ਨਾ ਜ਼ਿਆਦਾ ਸੁਣਾਈ ਦਿੰਦੀ ਹੈ, ਤੇ ਬੰਦੂਕਾਂ ਦੀ ਆਵਾਜ਼ ਤਾਂ ਫਿਰ 40-40 ਮੀਲ ਸੁਣਾਈ ਦੇਣ ਲੱਗ ਪਈ। ਗੁਲਕਾ ਸ਼ੂਕਤ ਤੁਤੈ ਤੁਰੰਤੇ। ਦੂਰ ਦੂਰ ਤਾਈਂ ਕਾੜ ਕਾੜ ਦੀ ਆਵਾਜ਼ ਗੂੰਜੀ। ਅੱਧੀ ਰਾਤ ਨੂੰ ਦੁਨੀਆ ਟਿਕੀ ਹੁੰਦੀ ਹੈ ਵੈਸੇ ਵੀ, ਤੇ ਪਹਾੜਾਂ ਵਿੱਚ ਆਵਾਜ਼ ਉਂਝ ਬੜੀ ਗੂੰਜਦੀ ਹੈ। ਹਾਂਜੀ, ਚਮੂਅੰਗ ਤੁਰਕ ਕੀ ਚੜ ਕਰ ਆਈ। ਜਿਹੜੇ ਤੁਰਕਾਂ ਦੀ ਫੌਜ ਚੜ ਕੇ ਆਈ ਸੀ। ਤਰਸ ਹੈ ਦੂਰ ਦੂਰ ਥਿਰਤਾਈ। ਉਹਨਾਂ ਵਿੱਚ ਇੰਨਾ ਹੌਸਲਾ ਨਹੀਂ ਵੀ ਸਿੰਘਾਂ ਦੇ ਨੇੜੇ ਚਲੇ ਜਾਈਏ, ਡਰਦੇ ਮਾਰੇ। ਉਹ ਵਿਚਾਰੇ ਤਨਖਾਹਾਂ ਲੈ ਕੇ ਆਪਣੇ ਬਾਲ ਬੱਚੇ ਪਾਲਣ ਵਾਲੇ, ਇੱਧਰ ਗੁਰੂ ਦੇ ਸਿਰ ਲੱਥ ਯੋਧੇ ਜਿਨ੍ਹਾਂ ਨੇ ਮਰਨਾ ਹੀ ਪ੍ਰਵਾਨ ਕੀਤਾ ਹੋਇਆ। ਲੜਾਈ ਬਹੁਤ ਗਹਿਗਜ ਸ਼ੁਰੂ ਹੋ ਗਈ। ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਪਿੱਛੋਂ ਗੋਲੀਆਂ ਦੀ ਆਵਾਜ਼ ਸੁਣ ਕੇ ਕਹਿੰਦੇ ਕੌਣ ਲੜ ਰਿਹਾ ਹੈ ਪਿੱਛੇ?
ਸਿੰਘਾਂ ਕਿਹਾ ਜੀ ਸਾਹਿਬ ਬਾਬਾ ਅਜੀਤ ਸਿੰਘ ਜੀ ਹਨ। ਮਹਾਰਾਜ ਕਹਿੰਦੇ ਜਾਓ ਉਹਨਾਂ ਨੂੰ ਲੈ ਕੇ ਆਓ। ਜਰਨਲ ਉਦੈ ਸਿੰਘ ਜੀ ਪਿੱਛੇ ਮੁੜ ਗਏ। ਜਰਨੈਲ ਉਦੈ ਸਿੰਘ 50 ਸਿੰਘਾਂ ਦਾ ਜਥਾ ਲੈ ਕੇ ਪਿੱਛੇ ਗਏ ਔਰ ਸ਼ਾਹੀ ਟਿੱਬੀ ਜਿੱਥੇ ਗੁਰਦੁਆਰਾ ਹੈ ਅੱਜ ਕੱਲ੍ਹ, ਸ਼ਾਹੀ ਟਿੱਬੀ ਤੇ ਲਗਭਗ 10 ਲੱਖ ਫੌਜ ਦੇ ਮੁਕਾਬਲੇ ਤੇ 50 ਸਿੰਘ ਜਰਨਲ ਉਦੈ ਸਿੰਘ ਜੀ ਦੇ ਨਾਲ ਦੁਸ਼ਮਣ ਦੇ ਸਾਹਮਣੇ ਖੜ ਗਏ ਔਰ 4.5 ਘੰਟੇ ਦੁਸ਼ਮਣ ਨੂੰ ਰੋਕ ਕੇ ਰੱਖਿਆ ਤੇ ਬਾਬਾ ਜੀ ਸਿੰਘ ਨੂੰ ਅੱਗੇ ਭੇਜ ਦਿੱਤਾ। ਜਦੋਂ 4.5 ਘੰਟੇ ਇੱਕ ਇੱਕ ਯੋਧਾ ਸ਼ਹੀਦ ਹੋਇਆ, ਲਾਸਟ ਭਾਈ ਉਦੈ ਸਿੰਘ ਜੀ ਇਹ ਸਾਰਾ ਸਰੀਰ ਗੋਲੀਆਂ ਨਾਲ ਛਾਨਣੀ ਹੋ ਕੇ ਡਿੱਗਾ, ਮੱਥੇ 'ਚ ਗੋਲੀ ਲੱਗੀ ਤੇ ਖੜਿਆਂ ਦੇ ਸਵਾਸ ਨਿਕਲੇ। ਜਿੰਨਾ ਚਿਰ ਸਵਾਸ ਨੇ ਨਿਕਲੇ ਸਾਹਿਬ ਭਾਈ ਉਦੈ ਸਿੰਘ ਜੀ ਡਿੱਗੇ ਨਹੀਂ। ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਸੂਰਮਾ ਨਹੀਂ ਹੋਇਆ ਜਿਹੋ ਜਿਹਾ ਇਹ ਮਹਾਬਲੀ ਯੋਧਾ। ਉਦੈ ਸਿੰਘ ਦਾ ਜੰਗ ਆਪਾਂ ਸਾਧ ਸੰਗਤ ਜੀ ਕੱਲ੍ਹ ਨੂੰ ਸੁਣਨਾ ਹੈ। ਉਹ ਬੜਾ ਕਮਾਲ ਦਾ ਯੁੱਧ ਹੈ। ਸਾਰੇ ਆਇਆ ਜੇ ਭਾਈ ਤੇ ਹੋਰ ਵੀ ਸੰਗਤ ਨੂੰ ਪ੍ਰੇਰ ਕੇ ਲਿਆਓ, ਕਿਉਂਕਿ ਇਹ ਦਿਨ ਹਨ ਜਦੋਂ ਮਹਾਰਾਜ ਕਿਲ੍ਹਾ ਛੱਡਿਆ। ਸੇਮ ਡੇਟਾਂ ਤੇ ਆਪਾਂ ਇਹ ਕਥਾ ਕਰ ਰਹੇ ਹਾਂ। ਹਾਜ਼ਰੀ ਭਰ ਕੇ ਚਮਕੌਰ ਸਾਹਿਬ ਦੇ ਯੁੱਧ ਦੀ ਕਥਾ ਜੋ ਸੀਨ ਨੇ ਉੱਥੇ ਸੀਨ ਸਾਰਾ ਭਾਈ ਸੰਤੋਖ ਸਿੰਘ ਜੀ ਨੇ ਇਹ ਵੀ ਅਨੁਭਵ ਨਾਲ ਹੀ ਖਿੱਚਿਆ ਹੋਇਆ ਹੈ। ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਭਾਈ ਸਾਹਿਬ ਤੇ ਵੀ ਕਿਰਪਾ ਸੀ ਕਿ ਉਹਨਾਂ ਨੇ ਉਸ ਪੁਰਾਣੇ ਸਿੰਘਾਂ ਤੋਂ ਜੋ ਕੁਝ ਉੱਥੇ ਜਿਹੜੇ ਜੰਗ ਵਿੱਚ ਸ਼ਾਮਲ ਸਨ ਉਹਨਾਂ ਸਿੰਘਾਂ ਤੋਂ ਸੁਣ ਕੇ ਇਹ ਸਾਰੀਆਂ ਗੱਲਾਂ ਲਿਖੀਆਂ, ਐਵੇਂ ਨਹੀਂ ਲਿਖੀਆਂ। ਸੋ ਪਿਆਰਿਓ ਆਪਾਂ ਸਰਵਣ ਕਰੀਏ, ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ, ਆਨੰਦ ਖੂਬ ਮਹਾ ਪਿਆਨ, ਨਾਨਕ ਪਾਰ ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਭਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ।